ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 350 ਤੇ ਵਿਚਾਲੇ ਜੇ ਕਰਕੇ ਹੈ। ਵਾਜਾ ਮਤ ਪਖਾਵਜ ਭਾਉ, ਹੋਏ ਆਨੰਦ ਸਦਾ ਮਨ ਚਾਓ। ਏਹਾ ਭਗਤ ਇਹੋ ਤਪਤਾਓ, ਇਤ ਰੰਗ ਨਾਚੋ ਰਖ ਰਖ ਪਾਓ। ਆਪਣੀ ਮਤ ਨੂੰ ਵਾਜਾ ਬਣਾਓ। ਭਾਉ ਹੁੰਦਾ ਪਿਆਰ, ਰੱਬੀ ਪਿਆਰ ਨੂੰ ਪਖਾਵਜ ਬਣਾਓ। ਪਖਾਵਜ ਜਿਹੜਾ ਤਬਲਾ ਹੁੰਦਾ ਹੈ, ਜੋੜੀ ਵੀ ਇਹਨੂੰ ਕਹਿੰਦੇ ਨੇ, ਉਹ ਜੋੜੀ ਵਜਾ ਰਿਹਾ ਹੈ, ਕਿਉਂਕਿ ਤਬਲੇ ਦੋ ਹੁੰਦੇ ਨੇ, ਇਸ ਕਰਕੇ ਪਖਾਵਜ ਨੂੰ ਕਹਿੰਦੇ। ਆਪਣੀ ਮਤ ਨੂੰ ਵਾਜਾ ਬਣਾਓ ਅਤੇ ਰੱਬੀ ਪਿਆਰ ਨੂੰ, ਭਾਵ ਹੁੰਦਾ ਰੱਬੀ ਪਿਆਰ, ਉਹਨੂੰ ਕਹਿੰਦੇ ਜੋੜੀ ਬਣਾਓ, ਤਬਲਾ ਬਣਾਓ। ਫਿਰ ਕੀ ਹੋਏਗਾ? ਹੋਏ ਆਨੰਦ ਸਦਾ ਮਨ ਚਾਓ। ਫਿਰ ਤੁਹਾਨੂੰ ਆਨੰਦ ਦੀ ਪ੍ਰਾਪਤੀ ਹੋਏਗੀ, ਮਨ 'ਚ ਸਦਾ ਖੁਸ਼ੀ ਰਹੇਗੀ। ਇਹ ਭਗਤ ਇਹੋ ਤਪਤੋ, ਇਹੀ ਅਸਲ 'ਚ ਭਗਤੀ ਹੈ, ਇਹੀ ਤਪੱਸਿਆ ਹੈ। ਕਿ ਰੱਬੀ ਪਿਆਰ ਨੂੰ ਜੋੜੀ ਬਣਾਉਣਾ ਹੈ ਤੇ ਮਤ ਨੂੰ ਵਾਜਾ ਬਣਾਉਣਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਆਨੰਦ ਦੀ ਪ੍ਰਾਪਤੀ ਹੋਏਗੀ। ਇਹੀ ਅਸਲ ਭਗਤੀ ਹੈ। ਤਪ ਤਾਉ ਹੁੰਦਾ ਤਪੱਸਿਆ, ਇਹੀ ਤਪੱਸਿਆ। ਇਤ ਰੰਗ ਨਾਚੋ ਰਖ ਰਖ ਪਾਓ। ਇਸ ਤਰ੍ਹਾਂ ਰੱਬੀ ਪਿਆਰ ਚਾਹ ਕੇ ਕਦੇ ਨੱਚੋ। ਨੱਚਣ ਵਾਲੇ ਲੋਕ ਧਰਤੀ 'ਤੇ ਪੈਰ ਮਾਰਦੇ ਨੇ, ਅਤੇ ਧਿਆਨ ਨਾਲ ਕਹਿੰਦੇ ਧਰਤੀ 'ਤੇ ਪੈਰ ਮਾਰੋ ਅਤੇ ਪਿਆਰ ਨਾਲ ਨੱਚੋ। ਪੂਰੇ ਤਾਲ ਜਾਣੇ ਸਾਲਾ, ਪਰਮਾਤਮਾ ਦੀ ਸਿਫਤ ਸਲਾਹ ਕਰਨਾ, ਇਹ ਛੇਣੇ ਵਜਾਉਣਾ ਹੈ। ਤਾਲ ਛੇਣੇ, ਪਰਮਾਤਮਾ ਦੀ ਸਿਫਤ ਸਲਾਹ ਕਰਨਾ, ਇਹ ਛੇਣੇ ਵਜਾਉਣਾ ਹੋਇਆ। ਹੋਰ ਨੱਚਣਾ ਖੁਸ਼ੀਆਂ ਮਨ ਮਾ, ਬਾਕੀ ਜਿਹੜਾ ਨੱਚਣਾ ਹੈ ਤੇ ਮਨ ਦੀਆਂ ਖੁਸ਼ੀਆਂ ਹਨ। ਇਹਦੇ ਨਾਲ ਰੱਬ ਨਹੀਂ ਮਿਲਦਾ, ਕਹਿੰਦੇ ਤਾਂ ਮਨ ਦੀਆਂ ਖੁਸ਼ੀਆਂ ਨੇ। ਸਤ ਸੰਤੋਖ ਵਜੈ ਦੋਏ ਤਾਲ, ਸਤ ਤੇ ਸੰਤੋਖ ਨੂੰ ਕਹਿੰਦੇ ਦੋਏ ਤਾਲ, ਦੋ ਤਾਲ ਬਣਾਓ, ਦੋ ਛੇਣੇ ਬਣਾਓ। ਕਾਹਦੇ? ਸਤ ਤੇ ਸੰਤੋਖ। ਪੈਰੀ ਵਾਜਾ ਸਦਾ ਨਿਹਾਲ, ਸਦਾ ਹੀ ਖੁਸ਼ ਰਹਿਣਾ, ਇਹ ਪੈਰਾਂ ਦਾ ਵਾਜਾ ਹੋਵੇ। ਆ ਪੈਰਾਂ 'ਚ ਘੁੰਗਰੂ ਪਾ ਪਹਿਲਾਂ ਨੱਚਿਆ ਕਰਦੇ ਸਨ। ਸਦਾ ਖੁਸ਼ ਰਹਿਣਾ, ਇਹ ਤੁਹਾਡੇ ਪੈਰਾਂ ਦੇ ਘੁੰਗਰੂ ਹੋਣ। ਰਾਗ ਨਾਦ ਨਹੀਂ ਦੂਜਾ ਭਾਓ, ਜਿਹੜਾ ਤੁਹਾਡਾ ਰਾਗ ਨਾਦ ਹੈ ਉਹ ਕੀ ਹੋਵੇ? ਨਹੀਂ ਦੂਜਾ ਭਾਓ। ਤੁਹਾਡੇ ਅੰਦਰ ਮਾਇਆ ਦਾ ਪਿਆਰ ਨਹੀਂ ਹੋਣਾ ਚਾਹੀਦਾ, ਤੁਹਾਡੇ ਅੰਦਰ ਮਾਇਆ ਨਾਲ ਪਿਆਰ ਨਹੀਂ ਹੋਣਾ ਚਾਹੀਦਾ, ਰੱਬ ਨਾਲ ਪਿਆਰ ਹੋਣਾ ਚਾਹੀਦਾ। ਇਹੀ ਰਾਗ ਹੈ, ਇਹੀ ਨਾਦ ਹੈ। ਇਤ ਰੰਗ ਨਾਚੋ ਰਖ ਰਖ ਪਾਓ। ਇਸ ਤਰ੍ਹਾਂ ਰੱਬੀ ਪਿਆਰ ਚੱਕ ਕੇ ਕਦੇ ਨੱਚੋ। ਭਉ ਫੇਰੀ ਹੋਵੇ ਮਨ ਚੀਤ, ਮਨ ਦੇ ਵਿੱਚ, ਚਿੱਤ ਦੇ ਵਿੱਚ ਪਰਮਾਤਮਾ ਦਾ ਭਉ ਡਰ ਹੋਵੇ। ਆਪਾਂ ਜਦੋਂ ਨੱਚਦੇ ਹਾਂ ਤੇ ਘੁੰਮਦੇ ਵੀ ਹਾਂ, ਉਹਨੂੰ ਫੇਰੀ ਕਹਿੰਦੇ, ਪੁਆਟਰੀ ਕਹਿੰਦੇ। ਤੁਹਾਡੀ ਫੇਰੀ ਕੀ ਹੋਵੇ? ਮਨ ਚਿੱਤ ਦੇ ਵਿੱਚ ਰੱਬੀ ਡਰ ਹੋਵੇ, ਇਹ ਹੋਵੇ ਫੇਰੀ। ਅਤੇ ਜਿਹੜਾ ਡਰ ਹੈ ਨਾ, ਬਹਿੰਦਿਆਂ ਉੱਠਦਿਆਂ ਨੀਤਾ ਨੀਤ, ਨੀਤਾ ਨੀਤ ਮਨੇ ਹਮੇਸ਼ਾ
ਉੜਦਿਆਂ ਬੈਠਦਿਆਂ ਹਮੇਸ਼ਾ ਰੱਬੀ ਡਰ ਬਣੇ ਰਹੇ ਹੁੰਦੇ ਨੇ। ਇਹ ਤੁਹਾਡੇ ਫੇਰੀਆਂ ਲਾਉਣਾ ਹੈ। ਲੇਟਣ ਲੇਟ ਜਾਣੇ ਤਨ ਸਵਾ, ਸਰੀਰ ਨੂੰ ਸਵਾ ਸਮਝਣਾ ਵੀ ਇਹ ਨਾਸ਼ਵਾਨ ਹੈ, ਇੱਕ ਦਿਨ ਮਿੱਟੀ ਹੋ ਜਾਣਾ ਹੈ। ਆਪਣੇ ਸਰੀਰ ਨੂੰ ਨਾਸ਼ਵਾਨ ਸਮਝਣਾ, ਇਹ ਲੇਟ ਕੇ ਜਿਹੜਾ ਹੈ ਨੱਚਣਾ ਹੈ। ਕਈ ਵਾਰੀ ਨੱਚਦਿਆਂ ਲੇਟ ਜਾਂਦੇ ਨੇ, ਲੇਟਦੇ ਹੋਏ ਨੱਚੀ ਜਾਂਦੇ ਨੇ। ਉਹਨੂੰ ਕਹਿੰਦੇ ਸਰੀਰ ਨੂੰ ਨਾਸ਼ਵਾਨ ਸਮਝੋ। ਕਹਿੰਦੇ ਇਤ ਰੰਗ ਨਾਚੋ ਰਖ ਰਖ ਪਾਓ, ਇਸ ਤਰ੍ਹਾਂ ਰੱਬੀ ਪਿਆਰ ਚਾ ਕੇ ਕਦੇ ਨੱਚੋ। ਸਿੱਖ ਸਭਾ ਦੀਖਿਆ ਕਾ ਭਾਉ, ਦੀਖਿਆ ਦੇ ਗੁਰੂ ਸਾਨੂੰ ਸਿੱਖਿਆ ਦਿੰਦਾ ਹੈ। ਭਾਵ ਹੁੰਦਾ ਪਿਆਰ ਕਰਨਾ। ਗੁਰੂ ਦੀ ਸਿੱਖਿਆ ਨੂੰ ਪਿਆਰ ਕਰਨਾ ਹੀ ਸਿੱਖ ਸਭਾ ਹੈ, ਸਤ ਸੰਗਤ ਹੈ। ਗੁਰੂ ਦੀ ਸਿੱਖਿਆ ਨੂੰ ਪਿਆਰ ਕਰਨਾ, ਸਾਰੀ ਬਾਣੀ ਗੁਰੂ ਦੀ ਸਿੱਖਿਆ। ਬਾਣੀ ਨੂੰ ਪਿਆਰ ਕਰਨਾ ਇਹ ਸਤ ਸੰਗਤ ਹੈ। ਗੁਰਮੁਖ ਸੁਣਨਾ ਸਾਚਾ ਨਾਮ, ਅਤੇ ਗੁਰੂ ਤੋਂ ਪਰਮਾਤਮਾ ਦਾ ਨਾਮ ਸੁਣਨਾ ਚਾਹੀਦਾ ਹੈ। ਗੁਰਮੁਖ ਬਣ ਕੇ ਕਹਿੰਦੇ ਨਾਮ ਸੁਣਨਾ ਚਾਹੀਦਾ। ਨਾਨਕ ਆਖਣ ਵੇਰਾ ਵੇਰ, ਔਰ ਨਾਮ ਵਾਰੀ ਵਾਰੀ ਕਹੀ ਜਾਣਾ, ਵਾਹਿਗੁਰੂ 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 ਕਹੀ ਜਾਣਾ। ਵੇਰਾ ਵੇਰ ਵਾਰੀ ਵਾਰੀ, ਅਗੇਨ ਐਂਡ ਅਗੇਨ। ਇਤ ਰੰਗ ਨਾਚੋ ਰਖ ਰਖ ਪੈਰ, ਇਸ ਤਰ੍ਹਾਂ ਫਿਰ ਤੁਸੀਂ ਪਿਆਰ ਨਾਲ ਨੱਚੋ, ਪਿਆਰ ਨਾਲ ਧਰਤੀ ਤੇ ਪੈਰ ਰੱਖੋ। ਆਸਾ ਮਹਿਲਾ ਪਹਿਲਾ, ਪੌਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਧ ਕੀਆ। ਪਰਮਾਤਮਾ ਨੇ ਪਹਿਲਾਂ ਹਵਾ ਪੈਦਾ ਕੀਤੀ। ਗੁਰਬਾਣੀ ਸਾਚੇ ਤੇ ਪਵਨਾ ਪਿਆ। ਪਰਮਾਤਮਾ ਤੋਂ ਪਹਿਲਾਂ ਹਵਾ ਬਣੀ, ਪਵਨ ਤੇ ਜਲ ਹੋਏ, ਹਵਾ ਤੋਂ ਫਿਰ ਪਾਣੀ ਬਣਿਆ। ਕਿਉਂਕਿ ਹਵਾ 'ਚ ਆਕਸੀਜਨ ਤੇ ਇੱਕ ਹਾਈਡਰੋਜਨ ਹੁੰਦੀ ਹੈ, ਆਕਸੀਜਨ ਤੇ ਹਾਈਡਰੋਜਨ ਨੂੰ ਮਿਲਾ ਕੇ ਫਿਰ ਜਿਹੜਾ ਪਾਣੀ ਬਣਦਾ। ਸਾਚੇ ਤੇ ਪਵਨ ਪਿਆ, ਪਵਨ ਤੇ ਜਲ ਹੋਏ, ਜਲ ਤੇ ਤ੍ਰਿਭੁਵਨ ਸਾਜਿਆ। ਸਾਰਾ ਸੰਸਾਰ ਫਿਰ ਪਾਣੀ ਤੋਂ ਬਣਿਆ ਗਿਆ। ਸੰਸਾਰ ਦੇ ਜਿੰਨੇ ਜੀਵ ਨੇ ਇਹ ਪਾਣੀ 'ਚ ਪੈਦਾ ਹੋਏ। ਸੰਸਾਰ ਦੇ ਜਿੰਨੇ ਦਰਖਤ ਨੇ ਸਭ ਪਾਣੀ ਤੋਂ ਬਣਦੇ ਨੇ। ਜੇ ਪਾਣੀ ਨਾ ਮਿਲੇ ਸੁੱਕ ਸੜ ਜਾਂਦੇ ਨੇ। ਸੋ ਪਾਣੀ ਖੇਤੀਬਾੜੀ ਦਾ, ਦਰਖਤਾਂ ਦਾ, ਸਾਡੇ ਜੀਵਨ ਦਾ ਆਧਾਰ ਹੈ ਪਾਣੀ। ਸੋ ਕਹਿੰਦੇ ਪਰਮਾਤਮਾ ਨੇ ਕੀ ਕੀਤਾ, ਪੌਣ ਉਪਾਏ, ਹਵਾ ਪੈਦਾ ਕੀਤੀ। ਧਰੀ ਸਭ ਧਰਤੀ, ਫਿਰ ਧਰਤੀ ਬਣਾਈ। ਜਲ ਅਗਨੀ ਕਾ ਬੰਧ ਕੀਆ, ਪਾਣੀ ਤੇ ਅੱਗ ਨੂੰ ਇਕੱਠਿਆਂ ਕੀਤਾ। ਕਿਉਂਕਿ ਹਵਾ ਬਣਾਈ, ਮਿੱਟੀ ਬਣਾਈ, ਪਾਣੀ ਬਣਾਇਆ, ਅੱਗ ਬਣਾਈ, ਇਹ ਤੱਤ ਬਣਾਏ ਨੇ ਜਿਸ ਤੋਂ ਫਿਰ ਸਾਡਾ ਸਰੀਰ ਬਣਿਆ। ਸਾਰਾ ਇਹਨਾਂ ਦਾ ਮੇਲ ਕੀਤਾ। ਅੰਧਲੇ ਦੇ ਸਿਰ ਮੂੰਡ ਕਟਾਇਆ, ਰਾਵਣ ਮਾਰ ਕੇ ਵੱਡਾ ਪਿਆ। ਅੰਧਲੇ ਭਾਵ ਅਗਿਆਨੀ, ਦੇ ਸਿਰ ਭਾਵ ਰਾਵਣ, ਮੂੰਡ ਬਣੇ ਸਿਰ। ਰਾਮਚੰਦਰ ਜੀ ਨੇ ਰਾਵਣ ਦਾ ਸਿਰ ਕੱਟ ਦਿੱਤਾ। ਰਾਵਣ ਮਾਰ ਕੇ ਵੱਡਾ ਪਿਆ ਕਿ ਰਾਵਣ ਨੂੰ ਮਾਰ ਕੇ ਰਾਮਚੰਦਰ ਵੱਡਾ ਹੋ ਗਿਆ। ਇਹ ਤੇ ਪਰਮਾਤਮਾ ਲਈ ਮਾਮੂਲੀ ਜਿਹੀਆਂ ਗੱਲਾਂ ਹੁੰਦੀਆਂ, ਕਿਸੇ ਨੂੰ ਮਾਰਨਾ, ਜਿਉਂਦੇ ਰੱਖਣਾ। ਪਰਮਾਤਮਾ ਨੇ ਧਰਤੀ ਪੈਦਾ ਕੀਤੀ, ਪਾਣੀ ਬਣਾਇਆ, ਅੱਗ ਬਣਾਈ, ਹਵਾ ਬਣਾਈ। ਉਹਦੇ ਲਈ ਕਿਸੇ ਨੂੰ ਮਾਰਨਾ ਕੋਈ ਵੱਡੀ ਗੱਲ ਨਹੀਂ ਹੈਗੀ। ਜਿਵੇਂ ਗੁਰੂ ਨਾਨਕ ਦੇਵ ਜਦੋਂ ਗਏ ਦਿੱਲੀ ਨੂੰ, ਰਾਜ ਮਜਨੂ ਦਾ ਟਿੱਲਾ ਹੁੰਦਾ ਹੈ, ਉੱਥੇ ਆਪ ਜੀ ਠਹਿਰ ਗਏ।
ਸੰਗਤ ਆਉਣੀ ਸ਼ੁਰੂ ਹੋ ਗਈ। ਇੱਕ ਦਿਨ ਗੁਰੂ ਮਹਾਰਾਜ ਅੰਮ੍ਰਿਤ ਵੇਲੇ ਸਿਮਰਨ ਕਰ ਰਹੇ ਨੇ, ਗੁਆਂਢ 'ਚ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਗੁਰੂ ਮਹਾਰਾਜ ਮਰਦਾਨੇ ਨੇ ਕਿਹਾ, ਮਰਦਾਨਾ ਜੀ ਦੇਖ ਕੇ ਆਓ ਕਿਉਂ ਰੋ ਰਹੇ ਨੇ ਉਹ। ਉਹਨਾਂ ਨੇ ਪੁੱਛਿਆ, ਭਾਈ ਤੁਸੀਂ ਕਿਉਂ ਰੋ ਰਹੇ ਹੋ? ਕਹਿ ਜੀ ਸਾਡਾ ਹਾਥੀ ਮਰ ਗਿਆ ਹੈ, ਇਹੀ ਸਾਡੀ ਕਮਾਈ ਦਾ ਸਾਧਨ ਸੀ। ਉਹਨਾਂ ਆ ਕੇ ਦੱਸਿਆ ਜਿਹਨਾਂ ਦਾ ਹਾਥੀ ਮਰ ਗਿਆ ਜੀ, ਉਹੀ ਕਮਾਈ ਦਾ ਸਾਧਨ ਸੀ। ਗੁਰੂ ਨਾਨਕ ਜੀ ਦੇਵ ਜੀ ਗਏ ਉਹਨਾਂ ਕੋਲ, ਗੁਰੂ ਮਹਾਰਾਜ ਤਰਸ ਆ ਗਏ। ਉਹਨੇ ਸਹਿਸ ਬੈਠ ਕੇ, ਭਾਈ ਤੁਹਾਡਾ ਹਾਥੀ ਮਰਿਆ ਨਹੀਂ ਹੈਗਾ, ਇਹ ਤਾਂ ਵੈਸੇ ਲੇਟਿਆ ਹੋਇਆ ਹੈ। ਹਾਥੀ ਨੇ ਕਹਿੰਦੇ ਉੱਠ ਖੜ। ਹਾਥੀ ਉੱਠ ਖੜਿਆ, ਬੜੀ ਖੁਸ਼ੀ ਉਹਨਾਂ ਨੂੰ ਹੋਈ। ਇਹ ਗੱਲ ਫੈਲਦੀ ਫੈਲਦੀ ਦਿੱਲੀ ਦੇ ਰਾਜੇ ਕੋਲ ਪਹੁੰਚ ਗਈ। ਉਹਨਾਂ ਗੁਰੂ ਨਾਨਕ ਦੇਵ ਜੀ ਬੁਲਾਇਆ, ਉਹ ਹਾਥੀ ਲੈ ਕੇ ਹਾਥੀ ਲੈ ਕੇ ਆ। ਗੁਰੂ ਨਾਨਕ ਦੇਵ ਜੀ ਕਹਿੰਦੇ ਤੁਸੀਂ ਹਾਥੀ ਜਿਉਂਦਾ ਕੀਤਾ? ਕਹਿੰਦੇ ਮਾਰਨ ਵਾਲਾ ਤੇ ਜਿਉਂਦਾ ਕਰਨ ਵਾਲਾ ਪਰਮਾਤਮਾ ਹੈ, ਇਹ ਸਭ ਜਨਮ ਤੇ ਮੌਤ ਉਹਦੇ ਹੱਥ ਵਿੱਚ ਹੈ। ਕਹਿੰਦੇ ਨੂੰ ਮਾਰ ਕੇ ਵਿਖਾਓ। ਕਹਿੰਦੇ ਅੱਛਾ। ਕਹਿੰਦੇ ਹਾਥੀ ਮਰ ਜਾ। ਹਾਥੀ ਤੜਮ ਕਰਕੇ ਡਿੱਗ ਪਿਆ। ਰਾਜਾ ਕਹਿੰਦਾ ਇਹਨੂੰ ਜਿਉਂਦਾ ਕਰੋ। ਕਹਿੰਦੇ ਹੁਣ ਦੁਨੀਆ ਦੀ ਕੋਈ ਤਾਕਤ ਇਸ ਨੂੰ ਜਿਉਂਦਾ ਨਹੀਂ ਕਰਦੀ। ਪਰਮਾਤਮਾ ਨੇ ਮਾਰਿਆ ਸੀ, ਮੈਂ ਇਹਨੂੰ ਜਿਉਂਦਿਆਂ ਕਰਤਾ, ਹੁਣ ਮੈਂ ਇਸ ਨੂੰ ਮਾਰਿਆ, ਹੁਣ ਕੋਈ ਜਿਉਂਦਿਆਂ ਨਹੀਂ ਕਰ ਸਕਦਾ। ਕਿਉਂਕਿ ਪਰਮਾਤਮਾ ਨੇ ਆਪਣੇ ਭਗਤ ਨੂੰ ਇੰਨੀ ਸ਼ਕਤੀ ਦਿੱਤੀ ਹੋਈ ਹੈ ਕਿ ਜੇ ਮੈਂ ਕਿਸੇ ਨੂੰ ਮਾਰਾਂ ਤੂੰ ਜਿਉਂਦਿਆਂ ਕਰ ਸਕਦਾ, ਪਰ ਜੇ ਤੂੰ ਕਿਸੇ ਨੂੰ ਮਾਰ ਦੇਗਾ ਉਹਨੂੰ ਕੋਈ ਜਿਉਂਦਾ ਨਹੀਂ ਕਰ ਸਕਦਾ। ਇਸ ਲਈ ਕਹਿੰਦੇ ਜੇ ਰਾਵਣ ਨੂੰ ਮਾਰ ਦਿੱਤਾ ਤਾਂ ਕਿਹੜੀ ਵੱਡੀ ਗੱਲ ਹੋ ਗਈ, ਤਾਂ ਪਰਮਾਤਮਾ ਲਈ ਮਾਮੂਲੀ ਜਿਹੀਆਂ ਗੱਲਾਂ। ਕਿਆ ਉਪਮਾ ਤੇਰੀ ਆਖੀ ਜਾਏ, ਹੇ ਪਰਮਾਤਮਾ ਉਪਮਾ ਹੁੰਦੀ ਵਡਿਆਈ, ਤੇਰੀ ਵਡਿਆਈ ਕੀ ਕਰਾਂ ਮੈਂ। ਤੂੰ ਸਰਬੇ ਪੂਰ ਰਿਹਾ ਲਿਵ ਲਾਏ, ਤੂੰ ਤੇ ਸਾਰੇ ਥਾਵਾਂ ਤੇ ਵਸਦਾ ਹੈ। ਪੂਰ ਹੁੰਦਾ ਵਸਣਾ, ਸਰਬੇ ਸਾਰਿਆਂ, ਤੂੰ ਸਾਰਿਆਂ ਦੇ ਵਿੱਚ ਵਸਦਾ ਹੈ। ਇਸ ਲਈ ਕਿ ਤੇਰੀ ਮੈਂ ਕਿੰਨੀ ਕੁ ਵਡਿਆਈ ਕਰਾਂ, ਤੇ ਹਮੇਸ਼ਾ ਤੂੰ ਲਿਵ ਲਾ ਕੇ ਰੱਖਦਾ ਹੈ। ਜੀ ਉਪਾਏ ਜੁਗਤ ਹੱਥ ਕੀਨੀ, ਪਰਮਾਤਮਾ ਨੇ ਜੀ ਪੈਦਾ ਕੀਤੇ ਨੇ ਤੇ ਜੀਵਾਂ ਦੀ ਜੀਵਨ ਜੁਗਤੀ ਆਪਣੇ ਹੱਥ 'ਚ ਰੱਖੀ ਹੋਈ ਹੈ। ਕਾਲੀ ਨੱਥ ਕਿਆ ਵੱਡਾ ਭਇਆ, ਕਾਲੀ ਨਾਗ ਸੀ ਜਮਨਾ ਦੇ ਵਿੱਚ, ਸ਼ੇਸ਼ ਨਾਗ ਸੀ, ਡਰਦਾ ਕੋਈ ਲੱਗਦਾ ਨਹੀਂ ਸੀ ਵੀ ਉਹ ਫੁੰਕਾਰੇ ਮਾਰਦਾ ਸੀ। ਕ੍ਰਿਸ਼ਨ ਮਹਾਰਾਜ ਨੇ ਉਸ ਕਾਲੀ ਨਾਗ ਨੂੰ ਨੱਥ ਲਿਆ, ਕਾਬੂ ਕਰ ਲਿਆ। ਕਹਿੰਦੇ ਕਾਲੀ ਨਾਗ ਨੂੰ ਵਸ ਕਰਨਾ ਕਿਹੜਾ ਵੱਡੀ ਗੱਲ ਹੈ। ਕਹਿੰਦੇ ਕੋਈ ਇਹਦੇ ਨਾਲ ਕੋਈ ਪਰਮਾਤਮਾ ਵੱਡਾ ਨਹੀਂ ਹੋ ਗਿਆ, ਉਹਦੇ ਲਈ ਇਹ ਗੱਲਾਂ ਮਾਮੂਲੀ ਹਨ। ਕਿਉਂਕਿ ਪਰਮਾਤਮਾ ਕਿਸੇ ਰਾਹੀਂ ਕਰਦਾ ਹੈ, ਹੁਣ ਤਾਂ ਆਪਣੀ ਸ਼ਕਤੀ ਦੇਣੀ ਕਿਸੇ ਨੂੰ ਦੇ ਦੇ। ਕਿਸ ਤੂੰ ਪੁਰਖ ਜ਼ੋਰੂ ਕੌਣ ਕਹੀਏ, ਜ਼ੋਰੂ ਔਰਤ ਨੂੰ ਕਹਿੰਦੇ ਨੇ, ਕਿਹਨੂੰ ਪੁਰਖ ਕਹੀਏ, ਕਿਸ ਨੂੰ ਜ਼ੋਰੂ ਕਹੀਏ। ਸਰਬ ਨਿਰੰਤਰ ਰਵ ਰਿਹਾ, ਪਰਮਾਤਮਾ ਤੇ ਸਾਰਿਆਂ ਦੇ ਵਿੱਚ ਵਸਦਾ ਹੈ। ਇਸ ਲਈ ਕਹਿੰਦੇ ਅਸੀਂ ਵਖਰੇਵਾਂ ਨਹੀਂ ਕਰ ਸਕਦੇ ਕੋਈ, ਵੀ ਇਹ ਵੱਡਾ ਜੀ ਇਹ ਛੋਟਾ ਹੈ, ਉਹ ਸਭ ਦੇ ਵਿੱਚ ਵਸਦਾ ਹੈ। ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਭਾਲਣ ਸ੍ਰਿਸ਼ਟ ਗਿਆ। ਨਾਲ, ਨਾਲੀ, ਕਮਲ,
ਕਮਲ ਫੁੱਲ ਦੇ ਵਿਚਾਲੇ ਜਿਹੜੀ ਨਾਲੀ ਹੁੰਦੀ ਹੈ ਉਹਨੂੰ ਨਾਲ ਲਿਖਿਆ। ਕੁਟੰਬ ਪਰਿਵਾਰ ਸਾਥ ਨਾਲ ਵਰਦਾਤਾ ਵਿਸ਼ਨੂੰ ਮਹਾਰਾਜ। ਉਹ ਬ੍ਰਹਮਾ ਜਿਹਦੇ ਨਾਲ ਪਰਿਵਾਰ ਸੀ, ਜਿਹਦੇ ਨਾਲ ਵਿਸ਼ਨੂੰ ਮਹਾਰਾਜ ਸਨ, ਕੀ ਹੋਇਆ? ਬ੍ਰਹਮਾ ਜਿਹੜਾ ਸੀ ਉਹ ਕਮਲ ਦੇ ਫੁੱਲ ਦੇ ਉੱਤੇ ਬੈਠਾ ਹੋਇਆ ਹੈ, ਆਲੇ ਦੁਆਲੇ ਪਾਣੀ ਹੀ ਪਾਣੀ ਹੈ। ਆਕਾਸ਼ਬਾਣੀ ਹੋਈ, ਬ੍ਰਹਮਾ ਤੂੰ ਜਿਸ ਫੁੱਲ ਤੇ ਬੈਠਾ ਨਾ, ਇਹਦੀ ਨਾਲੀ ਦੇ ਵਿੱਚੋਂ ਤੂੰ ਨਿਕਲਿਆ। ਉਹ ਕਹਿੰਦਾ ਮੈਂ ਕਿੱਡਾ ਵੱਡਾ, ਮੈਂ ਇਸ ਨਾਲੀ ਚੋਂ ਕਿਵੇਂ ਨਿਕਲ ਸਕਦਾ ਹਾਂ? ਲੱਤ ਮਾਰੀ, ਨਾਲੀ ਦੇ ਵਿੱਚ ਲੈ ਗਿਆ, ਕਮਲ ਦੀ ਨਾਲੀ 'ਚ। ਕਹਿੰਦੇ ਕਿੰਨੇ ਯੁੱਗ ਫਿਰਦਾ ਰਿਹਾ, ਉਹਦਾ ਐਂਡ ਹੀ ਨਹੀਂ ਕਿਤੇ ਆਇਆ। ਫਿਰ ਵਿਸ਼ਨੂੰ ਮਹਾਰਾਜ ਨੂੰ ਯਾਦ ਕੀਤਾ, ਮਹਾਰਾਜ ਮੈਨੂੰ ਤੇ ਬਾਹਰ ਕੱਢੋ, ਮੈਨੂੰ ਤੇ ਪਤਾ ਨਹੀਂ ਲੱਗ ਰਿਹਾ ਮੈਂ ਕਿੱਥੇ ਫਿਰ ਮੁੱਦਤਾਂ ਹੋ ਗਏ ਨੇ ਤੇ ਐਂਡ ਹੀ ਨਹੀਂ ਕਿਤੇ ਆ ਰਿਹਾ। ਫਿਰ ਵਾਰ ਭਾਵ ਇਸ ਸ੍ਰਿਸ਼ਟੀ ਦਾ ਕੋਈ ਅੰਤ ਨਹੀਂ ਹੈ। ਬ੍ਰਹਮਾ ਭਾਲਣ ਗਿਆ ਸੀ ਸ੍ਰਿਸ਼ਟੀ ਦਾ ਅੰਤ, ਜਦੋਂ ਭਾਲ ਹੀ ਨਹੀਂ ਸਕਿਆ। ਅੱਗੇ ਅੰਤ ਨਾ ਪਾਇਓ ਤਾਕ, ਉਹ ਸ੍ਰਿਸ਼ਟੀ ਦਾ ਅੰਤ ਹੀ ਨਹੀਂ ਪਾ ਸਕਿਆ ਵੀ ਇਹ ਕਿੱਡੀ ਵੱਡੀ ਹੈ। ਕੰਸ ਛੇਦ ਕਿਆ ਵੱਡਾ ਪਿਆ। ਕ੍ਰਿਸ਼ਨ ਮਹਾਰਾਜ ਨੇ ਕੰਸ ਨੂੰ ਮਾਰਿਆ ਸੀ, ਕਹਿੰਦੇ ਕੰਸ ਨੂੰ ਮਾਰ ਕੇ ਪਰਮਾਤਮਾ ਕਿੱਡਾ ਕੁ ਵੱਡਾ ਹੋ ਗਿਆ ਵੀ। ਇਹ ਤਾਂ ਪਰਮਾਤਮਾ ਲਈ ਮਾਮੂਲੀ ਗੱਲਾਂ। ਰਤਨ ਉਪਾਏ ਧਰੇ ਖੀਰ ਮਥਿਆ। ਖੀਰ ਸਮੁੰਦਰ ਦਾ ਨਾਮ ਹੈ। ਕਹਿੰਦੇ ਦੇਵਤਿਆਂ ਤੇ ਦੈਂਤਾਂ ਨੇ, ਰਾਖਸ਼ਾਂ ਨੇ ਰਲ ਕੇ ਖੀਰ ਸਮੁੰਦਰ ਰਿੜਕਿਆ, ਉਹਦੇ ਵਿੱਚ 14 ਰਤਨ ਨਿਕਲੇ, ਉਹਦੇ ਵਿੱਚੋਂ ਅੰਮ੍ਰਿਤ ਵੀ ਨਿਕਲਿਆ। ਦੇਵਤੇ ਤੇ ਦੈਂਤ ਲੜ ਪਏ, ਉਹ ਕਹਿੰਦੇ ਅੰਮ੍ਰਿਤ ਅਸੀਂ ਲੈਣਾ, ਉਹ ਕਹਿੰਦੇ ਅਸੀਂ ਲੈਣਾ। ਹੁਣ ਦੇਵਤਿਆਂ ਸੋਚਿਆ ਵੀ ਜੇ ਇਹਨਾਂ ਦੈਂਤਾਂ ਨੇ ਅੰਮ੍ਰਿਤ ਪੀ ਲੈਣ ਤਾਂ ਕਦੇ ਮਰਨਾ ਹੀ ਨਹੀਂ, ਇਹਨਾਂ ਤੇ ਮਰਨਾ ਹੀ ਨਹੀਂ, ਤੇ ਸੰਸਾਰ ਨੂੰ ਤਾਂ ਸਿਆਪਾ ਖੜਾ ਹੋ ਜਾਏਗਾ। ਦੇਵਤੇ ਭੱਜੇ ਜਾ ਰਹੇ ਨੇ ਘੜਾ ਲੈ ਕੇ ਅੰਮ੍ਰਿਤ ਦਾ, ਦੈਂਤ ਮਗਰ ਭੱਜੇ ਖੋਣ ਲਈ। ਤੇ ਇਤਿਹਾਸ ਕਹਿੰਦਾ ਹੈ ਜਿਹੜਾ ਸਾਡਾ ਹਰਮੰਦਰ ਸਾਹਿਬ ਹੈ, ਉਹਦਾ ਜਿਹੜਾ ਸਰੋਵਰ ਹੈ, ਉੱਥੇ ਛਪੜੀ ਹੈ। ਜਦੋਂ ਉਹ ਖੋ ਰਹੇ ਸਨ ਆਪਸ ਦੇ ਵਿੱਚ, ਕੁਝ ਅੰਮ੍ਰਿਤ ਉਸ ਛਪੜੀ 'ਚ ਡੁੱਲ ਗਿਆ। ਇਸ ਕਰਕੇ ਐਡਾ ਵੱਡਾ ਤੀਰਥ ਬਣ ਗਿਆ। ਅੰਮ੍ਰਿਤਸਰ ਦੇ ਵਿੱਚ ਪੱਟੀ ਤਹਿਸੀਲ ਹੈ। ਉੱਥੋਂ ਦਾ ਜਿਹੜਾ ਨਵਾਬ ਸੀ, ਉਹਨੂੰ ਬੜਾ ਹੰਕਾਰ ਸੀ। ਉਹਦੀਆਂ 7 ਧੀਆਂ ਸਨ, 6 ਵਿਆਹਤੀਆਂ ਸਨ, ਇੱਕ ਅਜੇ ਕੁਆਰੀ ਸੀ। ਜਿਹੜੀ ਕੁਆਰੀ ਸੀ ਉਹਦਾ ਨਾਂ ਸੀ ਰਜਨੀ, ਸਭ ਤੋਂ ਛੋਟੀ। ਉਹ ਮਹੀਨੇ 2 ਮਹੀਨੇ ਬਾਅਦ ਸਾਰੀਆਂ ਕੁੜੀਆਂ ਨੂੰ, ਜਵਾਈਆਂ ਨੂੰ ਸੱਦ ਲੈਂਦਾ ਹੁੰਦਾ ਸੀ, ਅਤੇ ਉਹਨਾਂ ਨੇ ਕਹਿੰਦਾ ਤੁਹਾਨੂੰ ਖਾਣ ਨੂੰ ਕੌਣ ਦਿੰਦਾ? ਉਹ ਕਹਿੰਦੇ ਮਹਾਰਾਜ ਤੁਸੀਂ ਦਿੰਦੇ ਹੋ। ਰਜਨੀ ਕਹਿੰਦੀ ਨਾ, ਮੈਨੂੰ ਤੇ ਪਰਮਾਤਮਾ ਦਿੰਦਾ ਹੈ। ਉਹਨੇ ਖਿਝ ਜਾਣਾ। ਜਦੋਂ 2-4 ਮਹੀਨੇ ਬਾਅਦ ਉਹਨੇ ਪੁੱਛਣਾ ਵਾਰੀ ਵਾਰੀ ਤੁਹਾਨੂੰ ਖਾਣ ਨੂੰ ਕੌਣ ਦਿੰਦਾ? ਉਹਨੇ ਕਹਿੰਦੇ ਤੁਸੀਂ ਦਿੰਦੇ ਹੋ। ਤੈਨੂੰ ਖਾਣ ਨੂੰ ਤੁਸੀਂ ਦਿੰਦੇ ਹੋ ਜੀ। ਜਦੋਂ ਰਜਨੀ ਦੀ ਵਾਰੀ ਉਹਨੇ ਕਹਿਣਾ ਮੈਨੂੰ ਤਾਂ ਪਰਮਾਤਮਾ ਦਿੰਦਾ। ਉਹਨੂੰ ਗੁੱਸਾ ਚੜਿਆ, ਕਹਿੰਦਾ ਮੈਂ ਅੱਛਾ ਦੇਖਦਾ, ਮੈਂ ਤੈਨੂੰ ਲੂਲੇ ਨਾਲ ਵਿਆਹ ਦੇਣਾ। ਉਹ ਕਹੇ ਠੀਕ ਹੈ, ਮੇਰੇ ਜੇ ਭਾਗਾਂ 'ਚ ਲੂਲਾ ਲਿਖਿਆ, ਲੂਲੇ ਨਾਲ ਵਿਆਹ ਦਿਓ। ਮਿਲਣਾ ਤਾਂ ਉਹੀ ਜੋ ਭਾਗਾਂ 'ਚ ਲਿਖਿਆ ਹੋਇਆ ਹੈ। ਚਲੋ ਜਿਹਨੇ ਪੰਡਤਾਂ ਨੂੰ ਕਹਿਤਾ ਲਿਆਓ ਜੀ ਕੋਈ ਲੂਲਾ ਲੱਭ ਕੇ। ਉਹ ਕਹਿੰਦੇ ਮਹਾਰਾਜ ਇਹ ਬੱਚੀ ਹੈ, ਬੱਚਿਆਂ ਦੀ ਥੋੜ੍ਹੀ ਨਾਰਾਜ਼ ਹੋਈਦਾ ਹੁੰਦਾ ਹੈਗਾ। ਲੋਕ ਕੀ ਕਹਿਣਗੇ? ਇੱਕ ਨਵਾਬ ਨੇ ਆਪਣੀ ਕੁੜੀ ਲੂਲੇ ਨਾਲ ਵਿਆਹਤੀ, ਕਿੰਨੀ ਬਦਨਾਮੀ ਹੋਵੇਗੀ। ਚੰਗਾ ਨਾ, ਕਹਿੰਦਾ ਮੈਂ ਦੇਖਦਾ ਇਹਨੂੰ ਖਾਣ ਨੂੰ ਕੌਣ ਦਿੰਦਾ ਹੈ। ਚਲੋ ਜੀ ਲੂਲੇ ਨੂੰ ਲੈ ਨੇ,
ਲੂਲਾ ਨੂੰ ਕਹਿੰਦਾ ਰਜਨੀ ਨੂੰ ਵੀ ਤੂੰ ਮੇਰੇ ਨਾਲ ਵਿਆਹ ਨਾ ਕਰਾ, ਮੈਂ ਤਾਂ ਕੁਛ ਕਰ ਹੀ ਨਹੀਂ ਸਕਦਾ, ਕਿੱਥੋਂ ਖਾਵਾਂ ਪੀਵਾਂਗੇ। ਉਹ ਕਹਿੰਦੇ ਨਹੀਂ, ਜੋ ਮੇਰੇ ਭਾਗਾਂ 'ਚ ਮੈਨੂੰ ਮਨਜ਼ੂਰ ਹੈ। ਚਲੋ ਜੀ, ਉਹ ਨਵਾਬ ਪੱਟੀ ਦੇ ਨਵਾਬ ਨੇ ਲੂਲੇ ਨਾਲ ਰਜਨੀ ਨੂੰ ਵਿਆਹ ਤਾ। ਉਹਨੇ ਉਸ ਨੂੰ ਟੋਕਰੇ 'ਚ ਬਿਠਾਇਆ ਕਿ ਉਹ ਚੱਲ ਫਿਰ ਤੇ ਸਕਦਾ ਨਹੀਂ ਸੀ, ਉਹ ਸਿਰ 'ਤੇ ਚੱਕਿਆ ਅਤੇ ਉਹ ਜਿੱਥੇ ਛਪੜੀ ਹੈ, ਜਿੱਥੇ ਅੱਜ ਕੱਲ੍ਹ ਸਰੋਵਰ ਬਣਿਆ ਹੋਇਆ ਹੈ, ਇਹਦੇ ਕੰਢੇ ਬੇਰੀ ਸੀ, ਜਿਹਨੂੰ ਦੁੱਖ ਭੰਜਨੀ ਬੇਰੀ ਕਹਿੰਦੇ, ਜਿਹਦੇ ਨਹਾਉਂਦੇ ਨੇ। ਉਹਨੇ ਉਹ ਟੋਕਰਾ ਬੇਰੀ ਦੇ ਹੇਠਾਂ ਰੱਖਤਾ, ਉਸ ਛਪੜੀ ਦੇ ਕੰਢੇ 'ਤੇ। ਕਹਿੰਦੇ ਤੂੰ ਇੱਥੇ ਬੈਠ ਅਤੇ ਮੈਂ ਪਿੰਡ ਦੇ ਵਿੱਚੋਂ ਮੰਗ ਕੇ ਲਿਆਉਣੀ ਰੋਟੀ ਪਾਣੀ, ਕੋਈ ਖਾਣਾ ਤਾਂ ਹੈ ਹੀ ਕੁਛ। ਉਹ ਪਿੰਡ 'ਚ ਮੰਗਣ ਚਲੀ ਗਈ ਹੈ। ਉਹ ਜਿਹੜਾ ਲੂਲਾ ਸੀ ਕੀ ਵੇਖਦਾ ਹੈ ਕਿ ਇੱਕ ਕਾਂ ਹੈ, ਉਹ ਬਹੁਤ ਬੁੱਢਾ, ਉਹਦੇ ਖੰਭ ਵੀ ਨਹੀਂ ਹੈਗੇ, ਉਹ ਉੱਡ ਵੀ ਨਹੀਂ ਸਕਦਾ, ਉਹਨੂੰ ਲੱਗੀ ਪਿਆਸ ਕਾਂ ਨੂੰ, ਉਹ ਉੱਡ ਨਹੀਂ ਸਕਦਾ, ਪਾਣੀ ਜਾ ਰਿਹਾ। ਉਹ ਕਾਂ ਰਿੜਦਾ ਰਿੜਦਾ ਪਾਣੀ 'ਚ ਡਿੱਗ ਪਿਆ। ਜਦੋਂ ਪਾਣੀ 'ਚ ਡਿੱਗਿਆ, ਕਾਂ ਤਾਂ 9 ਬਰਨੋਂ ਹੋ ਗਿਆ, ਉਹ ਤਾਂ ਉੱਡ ਗਿਆ। ਉਹ ਲੂਲੇ ਨੇ ਸੋਚਿਆ ਵੀ ਇਹਦਾ ਮਤਲਬ ਇਸ ਪਾਣੀ ਦੇ ਵਿੱਚ ਕੋਈ ਖਾਸ ਗੱਲ ਹੈ। ਉਹ ਵੀ ਰੁੜਦਾ ਰੁੜਦਾ ਪਾਣੀ ਡਿੱਗ ਪਿਆ। ਜਦੋਂ ਪਾਣੀ ਡਿੱਗਿਆ, ਉਹ ਡੁਬਕੀ ਲਾਈ, ਉਹ ਤਾਂ ਬਿਲਕੁਲ ਨੌਜਵਾਨ ਹੋ ਗਿਆ, ਸਭ ਕੁਝ ਠੀਕ ਹੋ ਗਿਆ, ਲੂਲਾ ਪਰ ਸਾਰਾ ਖਤਮ ਹੋ ਗਿਆ। ਉਹ ਤਾਂ ਬਾਹਰ ਕੰਢੇ 'ਤੇ ਆ ਕੇ ਬਹਿ ਗਿਆ। ਉਧਰ ਰਜਨੀ ਜਿਹੜੀ ਰੋਟੀ ਪਾਣੀ ਮੰਗ ਲਏ। ਉਹ ਕਹਿੰਦੀ ਵੀ ਭਾਈ ਇੱਥੇ ਮੇਰਾ ਪਤੀ ਸੀ। ਕਹਿੰਦੇ ਮੈਂ ਹੀ ਹਾਂ ਤੇਰਾ ਪਤੀ। ਕਹੇ ਚੱਲ ਜਾ ਬਕਵਾਸ। ਕਹਿੰਦੇ ਮੈਂ ਹੀ ਤੇਰਾ ਪਤੀ, ਮੇਰਾ ਪਤੀ ਤਾਂ ਲੂਲਾ ਸੀ। ਕਹਿੰਦਾ ਨਹੀਂ ਰਜਨੀ, ਮੈਂ ਹੀ ਤੇਰਾ ਪਤੀ। ਉਹਨੇ ਕਿਹਾ ਵੀ ਇਹਨੂੰ ਮੇਰੇ ਨਾਂ ਦਾ ਕਿਵੇਂ ਪਤਾ ਹੈ? ਮੇਰੇ ਨਾਂ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ, ਮੇਰਾ ਕੀ ਨਾਂ ਹੈ। ਉਹ ਕਹਿੰਦੇ, ਉਹਨੇ ਫਿਰ ਸਾਰੀ ਕਹਾਣੀ ਸੁਣਾਈ। ਰਜਨੀ ਇਸ ਤਰ੍ਹਾਂ ਮੈਂ ਦੇਖਿਆ। ਉਹ ਕਹਿੰਦੀ ਨਾ ਮੈਂ ਨਹੀਂ ਮੰਨਦੀ, ਚੌਥੇ ਪਾਤਸ਼ਾਹ ਕੋਲੇ ਚੱਲਦੇ। ਚੌਥੇ ਪਾਤਸ਼ਾਹ ਉਹਦੇ ਨਗਰ ਵਸਾ ਰਹੇ ਸਨ, ਆਏ ਹੋਏ। ਦੋਨੋਂ ਚਲੇ ਗਏ ਉੱਥੇ ਜੀ। ਰਜਨੀ ਨੇ ਸਾਰੀ ਗੱਲ ਦੱਸੀ ਵੀ ਤੁਸੀਂ ਦੱਸੋ ਜੀ ਵੀ ਇਹੀ ਲੂਲਾ ਉਹੀ ਪਤੀ ਹੈ ਮੇਰਾ ਹੈ? ਉਹ ਕਹਿੰਦੇ ਹਾਂ ਭਾਈ ਇਹੀ ਤੇਰਾ ਪਤੀ ਹੈ। ਚਲੋ ਕਹਿੰਦੇ ਉਹ ਥਾਂ ਦੇਖੀਏ। ਫਿਰ ਗੁਰੂ ਮਹਾਰਾਜ ਛਪੜੀ 'ਤੇ ਆਏ। ਫਿਰ ਦਿਵਦ੍ਰਿਸ਼ਟੀ ਨਾਲ ਵੇਖਿਆ। ਕਹਿੰਦੇ ਓਹੋ, ਇੱਥੇ ਤਾਂ ਬਹੁਤ ਰਿਸ਼ੀਆਂ ਨੇ ਇਸ ਛਪੜੀ ਦੇ ਕੰਢੇ 'ਤੇ ਬਹਿ ਕੇ ਸਾਲਾਂ ਬੱਧੀ ਤਪ ਕੀਤਾ ਹੋਇਆ। ਇਹ ਤਾਂ ਧਰਤੀ ਬੜੀ ਪਵਿੱਤਰ ਹੈ। ਅਤੇ ਫਿਰ ਚੌਥੇ ਪਾਤਸ਼ਾਹ ਨੇ ਉੱਥੇ ਸਰੋਵਰ ਦੀ ਖੁਦਾਈ ਸ਼ੁਰੂ ਕੀਤੀ। ਸੋ ਗੱਲ ਚੱਲੀ ਸੀ ਵੀ ਉਹ ਖੀਰ ਸਮੁੰਦਰ ਉਹਨਾਂ ਰਿੜਕਿਆ, ਉਹਦੇ ਵਿੱਚ 14 ਰਤਨ ਨਿਕਲੇ। ਉਹ ਝਗੜਾ ਪੈ ਗਿਆ ਹੈ। ਫਿਰ ਪਰਮਾਤਮਾ ਨੇ ਅਵਤਾਰ ਧਾਰਨ ਕੀਤਾ। ਫਿਰ ਉਹ ਸਾਰਿਆਂ ਨੂੰ ਇੱਕ ਇੱਕ ਵੰਡਤਾ। ਚਲੋ ਭਾਈ ਤੁਸੀਂ ਆ ਲੈ ਲਓ, ਤੁਸੀਂ ਆਪੇ ਲੜੋ। ਉਹਨਾਂ 'ਚ 14 ਦੇ 14 ਰਤਨ ਵੰਡਤੇ। ਪਰ ਉਹ ਕਹਿੰਦੇ ਪਖਲਾਏ, ਗੁੱਸੇ 'ਚ ਸਨ। ਕਹਿੰਦੇ ਅਸੀਂ ਕੀਤਾ ਇਹ। ਉਹ ਕਹਿੰਦਾ ਅਸੀਂ ਕੀਤਾ। ਦੈਂਤ ਕਹਿੰਦੇ ਅਸੀਂ ਕੀਤਾ। ਤਾਂ ਫਿਰ ਪਰਮਾਤਮਾ ਨੂੰ ਅਵਤਾਰ ਧਾਰਨ ਕਰਨਾ ਪਿਆ ਅਤੇ ਉਹਨਾਂ 'ਚ ਉਹਨਾਂ ਨੇ ਵੰਡਿਆ। ਇਸ ਲਈ ਕਹਿੰਦੇ ਕਹੈ ਨਾਨਕ ਛਪੈ ਕਿਉਂ ਛਪਿਆ, ਏਕੀ ਏਕੀ ਵੰਡ ਦਿਆ। ਸੋ ਪਰਮਾਤਮਾ ਨੇ ਅਵਤਾਰ ਧਾਰ ਕੇ ਇੱਕ ਇੱਕ ਰਤਨ ਜਿਹੜਾ ਹੈ ਉਹਨਾਂ ਨੂੰ ਵੰਡਤਾ। ਉਹ ਛਪੇ ਪਰਮਾਤਮਾ ਨੂੰ ਅਖੀਰ ਨੂੰ ਪ੍ਰਗਟ ਹੋਣਾ ਹੀ ਪਿਆ ਵੰਡਣ ਲਈ। ਆਸਾ ਮਹਿਲਾ ਪਹਿਲਾ। ਕਰਮ ਕਰਤੂਤ ਬੇਲ ਬਿਸਥਾਰੀ, ਰਾਮ ਨਾਮ ਫਲ ਹੁਆ। ਅੱਜ ਕੱਲ੍ਹ ਜਿਹੜਾ ਕਰਤੂਤ ਸ਼ਬਦ ਹੈ ਬੈਡ ਸੈਂਸ 'ਚ ਹੋ ਗਿਆ। ਪਰ ਗੁਰਬਾਣੀ ਲਿਖਿਆ ਬਿਨ ਕਰਤੂਤੀ ਮੁਕਤ ਨਾ ਪਾਈਏ। ਕਰਤੂਤ ਸ਼ੁਭ ਕਰਮਾਂ ਨੂੰ ਕਹਿੰਦੇ ਨੇ ਵੀ ਬਿਨਾਂ ਸ਼ੁਭ ਕਰਮਾਂ ਦੇ ਮੁਕਤੀ ਨਹੀਂ ਮਿਲਦੀ। ਕਰਮ ਕਰਤੂਤ ਵੇਲ ਬਿਸਥਾਰੀ। ਪਰਮਾਤਮਾ ਨੇ ਸ਼ੁਭ ਕਰਮਾਂ ਦੀ ਵੇਲ ਬਣਾਈ ਇੱਕ। ਰਾਮ ਨਾਮ ਫਲ ਹੁਆ। ਅਤੇ ਉਸ ਨੂੰ ਫਲ ਕਾਹਦਾ ਲਾਇਆ? ਪਰਮਾਤਮਾ ਦੇ ਨਾਮ ਦਾ। ਕਿਉਂਕਿ ਪਰਮਾਤਮਾ ਦਾ ਨਾਮ ਉਹੀ ਜਪ ਸਕਦਾ ਜਿਹਦੇ ਕਰਮ ਸ਼ੁਭ ਨੇ।
ਚੋਰ, ਡਾਕੂ, ਲੁਟੇਰੇ, ਠੱਗ, ਬਦਮਾਸ਼, ਇਹਨਾਂ ਦੇ ਕੀਤੇ ਹੋਏ ਨਾਮ ਦਾ ਜਾਪ ਕੋਈ ਕੀਮਤ ਨਹੀਂ ਹੈ। ਉਹ ਪ੍ਰਵਾਨ ਹੀ ਨਹੀਂ ਹੁੰਦੇ, ਪ੍ਰਵਾਨ ਹੀ ਨਹੀਂ ਹੁੰਦੇ ਵੀ ਤੇਰੇ ਕਰਮ ਤੇ ਠੀਕ ਨਹੀਂ ਹੈ। ਅਗਰ ਸਾਡੇ ਕਰਮ ਠੀਕ ਨਹੀਂ, ਚਾਹੇ ਸਾਰੀ ਉਮਰ ਵਾਹਿਗੁਰੂ ਵਾਹਿਗੁਰੂ ਕਰੀ ਜਾ, ਨਹੀਂ ਆਤਮਿਕ ਅਵਸਥਾ ਉੱਚੀ ਹੁੰਦੀ। ਆਤਮਿਕ ਅਵਸਥਾ ਉੱਚੀ ਕਰਨ ਦੇ ਪਹਿਲਾਂ ਕਰਮ ਸਹੀ ਕਰਨੇ ਪੈਣਗੇ, ਦਸਾਂ ਨੂੰ ਦੀ ਕਿਰਤ ਕਰਨੀ ਪਏਗੀ, ਹਰ ਪ੍ਰਕਾਰ ਦੇ ਨਸ਼ੇ ਤੋਂ ਬਚ ਕੇ ਰਹਿਣਾ ਪਏਗਾ, ਜਿਹੜਾ ਆਪਣੇ ਚਾਲ ਚੱਲ ਨੂੰ ਉੱਚਾ ਰੱਖਣਾ ਪਏਗਾ, ਮਿੱਠਾ ਬੋਲਣਾ ਪਏਗਾ। ਜਿਹੜਾ ਕੌੜਾ ਬੋਲਦਾ ਉਹਦੇ ਵੀ ਜਿਹੜਾ ਹੈ ਖਤਮ ਹੋ ਜਾਂਦੀ ਕਮਾਈ। ਮਿੱਠਾ ਬੋਲਣਾ ਪਏਗਾ, ਨਾਲ ਨਾਮ ਜਪਣਾ ਜਾਂ ਸੇਵਾ ਕਰਨੀ ਹੈ। ਸੇਵਾ ਵੀ ਤਾਂ ਜੇ ਨਿਸ਼ਕਾਮ ਹੋਵੇ, ਜਿਹਦੇ ਮਗਰ ਕੋਈ ਤਨਖਾਹ ਨਾ, ਕੋਈ ਇੱਛਾ ਨਾ ਹੋਵੇ। ਸੇਵਾ ਕਰਨੀ ਬਸ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸਭ। ਸੇਵਾ ਕਰਕੇ ਵੀ ਰੱਬ ਮਿਲ ਜਾਂਦਾ ਹੈ, ਨਾਮ ਜਪ ਕੇ ਵੀ ਮਿਲ ਜਾਂਦਾ। ਸ਼ਰਤ ਹੈ ਸ਼ੁਭ ਕਰਮ ਕਰਨੇ। ਜੇ ਕਰਮ ਸ਼ੁਭ ਨਹੀਂ ਤੇ ਕੋਈ ਫਾਇਦਾ ਨਹੀਂ ਐਵੇਂ ਲੱਗੇ ਰਹਿਣ ਦਾ। ਪ੍ਰਾਪਤੀ ਤੇ ਹੋਣੀ ਕੋਈ ਨਹੀਂ, ਫਾਇਦਾ ਕਿਆ ਹੈ। ਮਾੜਾ ਕਰਮ ਐ ਸਮਝਣਾ ਹੈ ਵੀ ਕੀੜਾ ਫਸਲ ਨੂੰ ਲੱਗ ਗਿਆ। ਤੁਹਾਡੇ ਨਾਮ ਦੀ ਜਿਹੜੀ ਫਸਲ ਹੈ ਉਹਨੂੰ ਲੱਗ ਗਿਆ ਕੀੜਾ, ਤੇ ਫਿਰ ਫਸਲ ਨਹੀਂ ਨਾ ਠੀਕ ਹੁੰਦੀ। ਜੇ ਅਸੀਂ ਚਾਹੁੰਦੇ ਹਾਂ ਜਿਹੜਾ ਅਸੀਂ ਪਾਠ ਕਰ ਰਹੇ ਹਾਂ, ਸਿਮਰਨ ਕਰ ਰਹੇ, ਨੂੰ ਫਲ ਲੱਗੇ, ਤਾਂ ਫਿਰ ਇਹ 3-4 ਗੱਲਾਂ ਦਾ ਸਾਨੂੰ ਖਿਆਲ ਰੱਖਣਾ ਪੈਣਾ। ਨਹੀਂ ਤਾਂ ਐਵੇਂ ਹੀ ਆਪਣਾ ਟਾਈਮ ਲਾਉਣਾ ਹੈ, ਸਿਰ ਖਪਾਈ ਕਰਨੇ ਵਾਧੂ। ਸੋ ਜਦੋਂ ਕਰਤੂਤਾਂ ਕਰਮ ਸਹੀ ਹੋ ਜਾਣਗੇ, ਫਿਰ ਕਹਿੰਦੇ ਇਹ ਜਿਹੜੀ ਵੇਲ ਹੈ ਸ਼ੁਭ ਕਰਮਾਂ ਦੀ, ਇਹਨੂੰ ਪਰਮਾਤਮਾ ਦੇ ਨਾਮ ਦਾ ਫਲ ਲੱਗ ਜੂਗਾ। ਸ਼ੁਭ ਕਰਮਾਂ ਤੋਂ ਬਿਨਾਂ ਨਾਮ ਨੂੰ ਫਲ ਨਹੀਂ ਲੱਗਿਆ ਕਰਨਾ। ਇਹ ਖਿਆਲ ਰੱਖਣਾ। ਜਿਸ ਨੇ ਵੀ ਭਜਨ ਬੰਦਗੀ ਵਾਲੇ ਪਾਸੇ ਮੁੜਨਾ, ਉਹਨੂੰ ਪਹਿਲਾਂ ਸ਼ੁਭ ਕਰਮ ਕਰਨੇ ਪੈਣਗੇ। ਸਾਡੇ ਗੁਰੂ ਜਿੱਥੇ ਵੀ ਗਏ, ਜਿਹਦੇ ਕੋਲ ਵੀ ਗਏ, ਜਾਂ ਜਿਹੜਾ ਵੀ ਗੁਰੂ ਮਹਾਰਾਜ ਕੋਲ ਆਇਆ, ਪਹਿਲਾਂ ਉਹਦੇ ਕਰਮ ਠੀਕ ਕੀਤੇ ਕਿ ਉਹ ਜਾਣੀ ਜਾਣ ਸਨ। ਉਹਦੇ ਕਰਮਾਂ ਨੂੰ ਸਹੀ ਕਰਨ ਤੋਂ ਬਾਅਦ ਫਿਰ ਉਸ ਉਹਨਾਂ ਨੂੰ ਗੁਰਮੰਤਰ ਦਿੱਤਾ ਸੀ। ਅੱਜ ਕੱਲ੍ਹ ਤਾਂ ਜਿਹੜਾ ਗਿਆ ਉਹਨੂੰ ਵਾਲਾ ਅੰਮ੍ਰਿਤ ਛਕਾ ਦਿੰਦਾ, ਗੱਲ ਕੋਈ ਬਣਦੀ ਨਹੀਂ ਹੈਗੀ। ਕੋਈ ਨਹੀਂ ਪੁੱਛਦਾ ਕਿ ਤੇਰੀ ਜਿਹੜੀ ਕਮਾਈ ਹੈ 10 ਨਹੁੰਆਂ ਦੀ ਹੈ। ਗੁਰੂ ਗ੍ਰੰਥ ਦੀ ਹਜ਼ੂਰੀ 'ਚ ਪੁੱਛਦੇ ਹੁੰਦੇ ਨੇ ਉਹ, ਤੁਸੀਂ ਅੰਮ੍ਰਿਤ ਛਕਣਾ? ਜਿੰਨਾ ਭਾਈ ਨਹੀਂ ਛਕਣਾ ਅਜੇ ਵੀ ਜਾ ਸਕਦੇ ਹੋ। ਇਹੋ ਜਿਹੀ ਗੱਲਾਂ ਪੁੱਛਦੇ ਨੇ। ਜੋ ਪੁੱਛਣ ਵਾਲੀ ਗੱਲ ਹੈ ਉਹ ਆਹੀ 3 ਗੱਲਾਂ ਪੁੱਛਣੀਆਂ ਚਾਹੀਦੀਆਂ ਵੀ ਕੀ ਤੇਰੀ ਕਮਾਈ 10 ਨਹੁੰਆਂ ਦੀ ਹੈ? ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਦੱਸ। ਪਹਿਲਾਂ ਪੁੱਛੋ ਕੀ ਕੰਮ ਕਰਦਾ ਤੂੰ? ਜੀ ਮੈਂ ਦੁੱਧ ਵੇਚਦਾ। ਇੱਥੇ ਕਿ ਦੋ ਜੀ ਆ ਗਏ। ਮੇਰੀ ਕਮਾਈ 'ਚ ਬਰਕਤ ਹੋਵੇ ਜੀ। ਮੈਂ ਜੀ ਕੀ ਕੰਮ ਕਰਦੇ ਹੋ? ਕਹਿੰਦੇ ਮੈਂ ਦੁੱਧ ਵੇਚਦਾ। ਮੈਂ ਦੁੱਧ 'ਚ ਪਾਣੀ ਪਾਉਣਾ ਬੰਦ ਕਰ ਦੇ ਤੇ ਬਰਕਤ ਹੋ ਜਾਏਗੀ। ਚੁੱਪ। ਮੈਂ ਬੋਲ, ਦੁੱਧ 'ਚ ਪਾਣੀ ਪਾਉਣਾ ਬੰਦ ਕਰ ਦੇ, ਮੈਂ ਤੈਨੂੰ ਪਾੜ ਦੇਣਾ, ਬਰਕਤ ਹੋ ਜਾਏਗੀ। ਫਿਰ ਚੁੱਪ। ਮੈਂ ਤੁਸੀਂ ਜਾ ਸਕਦੇ ਹੋ ਜੀ। ਤੁਸੀਂ ਕਹਿ ਰਹੇ ਮੈਂ ਠੱਗੀਆਂ ਠੋਰੀ ਵੀ ਕਰੀ ਜਾਵਾਂ ਅਤੇ ਮੈਨੂੰ ਪਾਠ ਵੀ ਮਿਲ ਜਾਏ, ਇਹਨੂੰ ਮੈਂ ਬਾਣੀ ਨੇ ਅਸਰ ਨਹੀਂ ਕਰਨਾ, ਫਜ਼ੂਲ ਹੈ। ਮੈਂ ਇੰਨੀ ਪਵਿੱਤਰ ਬਾਣੀ ਨੂੰ ਤੁਹਾਡੇ ਵਰਗੇ ਨੂੰ ਦੇਣ ਦਾ ਕਿਆ ਫਾਇਦਾ ਹੈ? ਇਸ ਲਈ ਪੁੱਛਣਾ ਚਾਹੀਦਾ ਪਹਿਲਾਂ ਅੰਮ੍ਰਿਤ ਛਕਾਉਣ 'ਚ ਕੀ ਕੰਮ ਕਰਦਾ। ਜੇ ਸਰਕਾਰੀ ਨੌਕਰੀ ਕਰਦਾ, ਕਿਹੜਾ ਮਹਿਕਮੇ? PWD ਹੈ। ਸੱਚੋ ਸੱਚ ਦੱਸ, ਰਿਸ਼ਵਤ ਲੈਣਾ ਜੀ? ਹਾਂ। ਉਹ ਪਹਿਲਾਂ ਐਂ ਨਹੀਂ ਕੋਈ ਰੋਜ਼ ਜੀ, ਕਦੇ ਕਦੇ ਤੂੰ ਵੀ ਜਾ, ਤੈਨੇ ਅੰਮ੍ਰਿਤ ਛਕਾਉਣਾ, ਪਹਿਲਾਂ ਛੱਡ ਕੇ ਆ ਰਿਸ਼ਵਤ। 2.5 ਕਰਾ ਜਾਣਗੇ ਮਗਰੋਂ। ਜੇ 50 ਗਏ ਨਾ ਅੰਮ੍ਰਿਤ ਛਕਣ, 2.5 ਕਰਾ ਜਾਣੇ, ਬਾਕੀ ਸਾਰੇ ਬਾਹਰ ਨਿਕਲ ਜਾਣਗੇ। ਬਸ ਉਹ 2.5 ਹੀ ਠੀਕ ਹੈ। ਅੰਮ੍ਰਿਤਧਾਰੀ ਚੱਜ ਦਾ ਬੰਦਾ ਹੋਣਾ ਚਾਹੀਦਾ। ਦੂਜੇ ਦਾ ਕੀ ਕਰਾਉਣਾ? ਬਦਨਾਮੀ ਕਰਾਉਂਦੇ ਦੂਜੇ। ਕਈਆਂ ਨੂੰ ਮੈਂ ਦੇਖਿਆ ਅੰਮ੍ਰਿਤਧਾਰੀ ਜਦੋਂ ਰਾਤ ਨੂੰ ਪੀਣੀ ਹੁੰਦੀ ਹੈ ਨਾ, ਕਿਰਪਾਨ ਲਾ ਕੇ ਕਿੱਲੀ 'ਤੇ ਟੰਗ ਦਿੰਦੇ ਨੇ। ਪੀ ਪੂ ਕੇ ਸਵੇਰੇ ਨਹਾ ਧੋ ਕੇ ਫਿਰ ਕਿਰਪਾਨ ਪਾ ਲੈਂਦੇ ਨੇ।
ਵੀ ਹਾਂ ਜੀ ਗੁਰੂ ਮਹਾਰਾਜ ਕਹਿੰਦੇ ਹਾਂ ਜੀ ਕਿਰਪਾਨ ਲਾ ਕੇ ਪੀ ਰਿਹਾ, ਵੀ ਦਸਮ ਪਾਤਸ਼ਾਹ ਨੇ ਕਿਹਾ ਵੀ ਸ਼ਰਾਬ ਪੀਵੋ। ਐਵੇਂ ਮਨ ਨੂੰ ਝੂਠੀਆਂ ਤਸੱਲੀਆਂ ਦੇਈ ਜਾਣੀਆਂ, ਦੇਈ ਚੱਲ। ਝੂਠੀਆਂ ਤਸੱਲੀਆਂ ਨਾਲ ਕੀ ਹੁੰਦਾ? ਝੂਠੀਆਂ ਤਸੱਲੀਆਂ ਨਾਲ ਕੁਛ ਨਹੀਂ ਬਣਦਾ ਹੈ। ਅਗਰ ਜੀਵਨ ਸੁਖੀ ਰੱਖਣਾ, ਸ਼ੁਭ ਕਰਮ ਕਰਨੇ ਪੈਣਗੇ। ਪਾਠ ਕਰਨ ਵਾਲੇ ਦਾ, ਸਿਮਰਨ ਕਰਨ ਵਾਲੇ ਦਾ ਅਗਰ ਜੀਵਨ ਸਹੀ ਨਹੀਂ ਹੈ ਤਾਂ ਜਿਵੇਂ ਵੱਡੇ ਵੱਡੇ ਸੰਤਾਂ ਨੂੰ ਜੇਲ੍ਹ ਹੋ ਗਈ, ਇਸ ਤਰ੍ਹਾਂ ਹੋ ਸਕਦੀ ਹੈ। ਅਸੀਂ ਤੁਸੀਂ ਕਿਹਦੇ ਵਿਚਾਰੇ ਹਾਂ? ਚਲੋ ਉਹ ਤਾਂ ਵੱਡੇ ਬੰਦੇ ਸਨ, ਪੁਲਿਸ ਨੇ ਉਹਨਾਂ ਨੂੰ ਕੁੱਟਿਆ ਨਹੀਂ ਹੈ, ਸਾਡਾ ਤਾਂ ਕਟਾਪਾ ਲਾ ਦੇਣਾ ਪਹਿਲੇ। ਤਗੜਿਆਂ ਤੋਂ ਸਾਰੇ ਹੀ ਡਰਦੇ ਹੁੰਦੇ ਨੇ। ਹੁਣ ਜਿਹੜਾ ਆਪਣਾ ਲੀਡਰ ਇੱਕ ਜਿਹੜਾ ਅਕਾਲੀ ਦਲ ਦਾ ਅੰਦਰ ਕੀਤਾ ਜੇਲ੍ਹ 'ਚ, ਕੁੱਟਿਆ ਤਾਂ ਨਹੀਂ ਇਹਨਾਂ ਨੂੰ? ਕਿ ਪਤਾ ਵੀ ਇਹਨਾਂ ਦੇ ਕਦੇ ਰਾਜ ਆ ਸਕਦਾ ਹੈ, ਫਿਰ ਸਿਆਪਾ ਖੜਾ ਹੋ ਜਾਊਗਾ। ਵੱਡਿਆਂ ਨੂੰ ਨਹੀਂ ਕੁੱਟਦੇ ਕੱਢਦੇ ਪਏ, ਵੱਡਿਆਂ ਨੂੰ ਉਂਝ ਪੁੱਛੀ ਜਾਣਗੇ ਸਵਾਲ ਜਵਾਬ। ਹਾਂਜੀ, ਵੈਸੇ ਇਹਨਾਂ ਕੋਲ ਸਵਾਲ ਬੜੇ ਉਹਦੇ ਪੁਲਿਸ ਵਾਲੇ, ਉਹ ਸਵਾਲਾਂ 'ਚ ਫਸਾ ਲੈਂਦੇ ਨੇ, ਪਤਾ ਲੱਗਦਾ ਇਹ ਝੂਠਾ ਹੈ। ਪਰ ਵੱਡਿਆਂ ਨੂੰ ਐਂ ਨਹੀਂ ਕਹਿੰਦੇ। ਕਿਸੇ ਸੰਤ ਮਾਤਾ ਕੁੱਟਿਆ ਕੱਟਿਆ ਨਹੀਂ ਕਿਸੇ ਨੇ ਹੈਗਾ, ਉਂਝ ਫੜ ਕੇ ਅੰਦਰ ਕੀਤੇ ਹੋਏ। ਸੋ ਇਸ ਲਈ ਇਹ ਕਾਨੂੰਨ ਜਿਹੜਾ ਹੈ ਅਮੀਰਾਂ ਲਈ ਹੋਰ, ਵੱਡਿਆਂ ਲਈ ਹੋਰ, ਗਰੀਬਾਂ ਵਿਚਾਰਿਆਂ ਲਈ ਹੋਰ। ਸਾਡੇ ਵਰਗੇ ਤੇ ਇੱਥੇ ਪਹਿਲਾਂ ਘਰ ਹੀ ਤੌਣੀ ਲਾ ਦੇਣੀ, ਉੱਥੇ ਕੁੱਟਦੇ ਹੀ ਲੈ ਕੇ ਜਾਣਗੇ। ਹਾਂਜੀ, ਅਤੇ ਤਗੜੇ ਨੂੰ ਫਿਰ ਸੋਚ ਕੇ ਹੱਥ ਪਾਉਂਦੇ। ਖੈਰ, ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਜੇ ਸੁਖੀ ਹੋਣਾ ਤਾਂ ਕਰਮ ਸਹੀ ਚਾਹੀਦੇ ਨੇ। ਕਿਉਂ ਜੇ ਸਾਡੇ ਕਰਮ ਹੀ ਸਹੀ ਨਹੀਂ ਤਾਂ ਗੁਰੂ ਨੇ ਸਾਡੀ ਸਹਾਇਤਾ ਹੀ ਨਹੀਂ ਕਰਨੀ। ਸਾਡੇ 'ਤੇ ਕੋਈ ਬਿਪਤਾ ਆ ਪਈ ਹੈ, ਉਹਨਾਂ ਨੇ ਨਹੀਂ ਸਹਾਇਤਾ ਕਰਨੀ। ਰਿਸ਼ਵਤ ਲੈਂਦਾ ਫੜਿਆ ਗਿਆ, ਅੰਮ੍ਰਿਤਧਾਰੀ ਹੈ, ਉਂਝ ਬਾਣੀ ਵੀ ਨਿਤਨੇਮ ਵੀ ਕਰਦਾ ਹੈ, ਪਰ ਰਿਸ਼ਵਤ ਲੈਂਦਾ ਫੜਿਆ, ਗੁਰੂ ਨੇ ਉੱਥੇ ਨਹੀਂ ਛਡਾਉਣਾ। ਨੋ, ਉਹ ਕਹੇ ਮੈਂ ਤੈਨੂੰ ਕਿਹਾ ਸੀ ਤੂੰ ਰਿਸ਼ਵਤ ਲੈ, ਮੈਂ ਤਾਂ ਤੈਨੂੰ ਕਿਹਾ ਦਸਾਂ ਨੂੰ ਦੀ ਕਿਰਤ ਕਰ, ਹੁਣ ਜਾ ਮੌਜ ਕਰ। ਗੁਰੂ ਮਹਾਰਾਜ ਉਸੇ ਸਿੱਖ ਦੀ ਸਹਾਇਤਾ ਕਰਦੇ ਨੇ ਔਖੇ ਵੇਲੇ ਜਿਹੜਾ ਸਹੀ ਹੋਵੇ, ਪਰ ਕਿਸੇ ਨੇ ਜਾਣ ਬੁੱਝ ਕੇ ਉਹਨੂੰ ਫਸਾ ਦਿੱਤਾ ਹੋਵੇ ਜਾਂ ਕੁਛ ਹੋਰ ਗਿਆ ਹੋ ਗਿਆ ਹੋਵੇ, ਉਹ ਸਹੀ ਹੋਵੇ ਸਹੀ, ਫਿਰ ਗੁਰੂ ਮਹਾਰਾਜ ਸਹਾਇਤਾ ਕਰਦੇ ਉਹ ਸਿੱਖ ਦੀ। ਸੋ ਪਹਿਲਾਂ ਕਰਮ ਸ਼ੁਭ ਕਰੋ ਤਾਂ ਜੋ ਅਸੀਂ ਸੁਖੀ ਹੋ ਸਕੀਏ। ਕਹਿ ਜੀ ਕਰਮ ਵੀ ਜੇ ਸ਼ੁਭ ਕਰ ਲਏ ਫਿਰ ਨਾਮ ਜਪਣ ਦੀ ਕੀ ਲੋੜ ਹੈ? ਹੁਣ ਤੁਸੀਂ ਇਹ ਕਹੋਗੇ ਜਿਹੜੇ ਪਿਛਲੇ ਜਨਮ 'ਚ ਕਰਮ ਹੋ ਗਏ ਨੇ ਉਹ ਤਾਂ ਖੜੇ ਨੇ ਨਾ। ਚਲੋ ਹੁਣ ਤਾਂ ਅਸੀਂ ਸ਼ੁਭ ਕਰ ਲਏ, ਹੁਣ ਤਾਂ ਸਾਨੂੰ ਅੱਗੇ ਕੋਈ ਨੁਕਸਾਨ ਨਹੀਂ ਹੋਣਾ, ਵੀ ਸਾਡੇ ਕਰਮ ਸਹੀ ਨੇ। ਪਰ ਉਹ ਜਿਹੜੇ ਪਿੱਛੇ ਹੋ ਗਏ ਉਹਦਾ ਕੀ ਕੀਤਾ ਜਾਏ? ਉਹ ਬਾਣੀ ਅਤੇ ਨਾਮ ਤੋਂ ਬਿਨਾਂ ਨਹੀਂ ਕੱਟ ਹੋਣੇ। ਜੇ ਕਰਮ ਨਹੀਂ ਕੱਟਣਗੇ ਤਾਂ ਉਹਨਾਂ ਜਦੋਂ ਵਾਰੀ ਆ ਕਿ ਸਾਨੂੰ ਦੁੱਖ ਮਿਲੇਗਾ। ਉਹਨਾਂ ਨੂੰ ਨਾਮ ਬਾਣੀ ਨਾਲ ਹੀ ਕੱਟਿਆ ਜਾ ਸਕਦਾ ਹੈ। ਪਿਛਲੇ ਨਾਮ ਬਾਣੀ ਨਾਲ ਕੱਟ ਲਓ, ਅੱਗੇ ਤੋਂ ਸਹੀ ਕਰ ਲਓ, ਆਪੇ ਜੀਵਨ ਸਹੀ ਹੋ ਜਾਏਗਾ। ਹੋਰ ਕੋਈ ਢੰਗ ਤਰੀਕਾ ਨਹੀਂ ਹੈ। ਇਸ ਲਈ ਕਹਿੰਦੇ ਕਰਮ ਕਰਤੂਤ ਬੇਲ ਬਿਸਥਾਰੀ, ਰਾਮ ਨਾਮ ਫਲ ਹੋਗਾ। ਜਦੋਂ ਸ਼ੁਭ ਕਰਮ ਹੋਣਗੇ ਨਾ, ਫਿਰ ਸ਼ੁਭ ਕਰਮਾਂ ਦੀ ਜਿਹੜੀ ਵੇਲ ਹੈ ਹੋਰ ਫੈਲੇਗੀ, ਅਤੇ ਇਹਨੂੰ ਫਲ ਕਦ ਲੱਗੇਗਾ? ਪਰਮਾਤਮਾ ਦੇ ਨਾਮ ਦਾ। ਫਿਰ ਸ਼ੁਭ ਕਰਮ ਹੋਣ, ਫਿਰ ਤੁਸੀਂ ਨਾਮ ਜਪੋ, ਫਿਰ ਫਲ ਲੱਗਦਾ, ਫਿਰ ਆਤਮਿਕ ਤਰੱਕੀ ਹੁੰਦੀ ਹੈ। ਨਹੀਂ ਤਾਂ ਆਤਮਿਕ ਤਰੱਕੀ ਨਹੀਂ ਹੁੰਦੀ। ਅਗਰ ਸਾਡੇ ਕਰਮ ਸਹੀ ਨਹੀਂ ਹੈ, ਸਾਰੀ ਉਮਰ ਲੱਗੀ ਰਹੋ, ਆਤਮਿਕ ਤਰੱਕੀ ਨਹੀਂ ਹੋਵੇਗੀ। ਕਈ ਆ ਜਾਂਦੇ ਮੇਰੇ ਕੋਲ ਪੁੱਛਣ ਨੂੰ ਵੀ ਦੇਖੋ ਜੀ ਸਾਡੀ ਕੋਈ ਆਤਮਿਕ ਤਰੱਕੀ ਹੋ ਰਹੀ ਹੈ, ਹੁਕਮਨਾਮਾ ਲਈਦਾ, ਹਾਂ ਮੈਂ ਭਾਈ ਤੇਰੀ ਲਾਈਨ ਕਲੀਅਰ ਹੈ, ਕੋਈ ਰੁਕਾਵਟ ਨਹੀਂ, ਲੱਗਾ ਰਹਿ। ਜਿਹਦੀ ਕੋਈ ਰੁਕਾਵਟ ਆ ਜਾਂਦੀ ਹੈ ਉਹਦੀ ਰੁਕਾਵਟ ਦੂਰ ਕਰ ਲਈ, ਉਹਨੂੰ ਅਸੀਂ ਪੜ੍ਹ ਦਿੰਦੇ ਹਾਂ ਵੀ ਤੇਰੀ ਆਤਮਿਕ ਤਰੱਕੀ 'ਚ ਰੁਕਾਵਟ ਆ ਗਈ ਹੈ, ਆਹ ਪਾਠ ਕਰ, ਤੇਰੀ ਰੁਕਾਵਟ ਦੂਰ ਹੋਵੇ। ਇੱਕ ਦੋ ਚਲੀਹਿਆਂ ਦੇ ਵਿੱਚ ਜਾਂ ਇੱਕ ਅੱਧੇ ਅਖੰਡ ਪਾਠ ਦੇ ਨਾਲ ਜਦੋਂ ਉਹਦੀ ਲਾਈਨ ਕਲੀਅਰ ਹੋ ਜਾਂਦੀ ਹੈ, ਹੁਣ ਭਰਾਵਾ ਲੱਗਾ ਰਹਿ। ਹੁਣ ਕਿਸੇ ਵੇਲੇ ਵੀ ਕਿਰਪਾ ਹੋ ਸਕਦੀ, ਉਹ ਤਾਂ ਉਹਦੀ ਮਰਜ਼ੀ ਹੈ ਕਿਰਪਾ ਕਰਨ ਵਾਲੇ ਦੀ।
ਸੂਨਰ ਕਰੇ ਲੇਟਰ ਕਰੇ, ਪਰ ਕਿਰਪਾ ਜ਼ਰੂਰ ਹੋ ਜਾਏਗੀ, ਕਿਉਂਕਿ ਅੰਦਰ ਕੀੜਾ ਤੇ ਹੈ ਨਹੀਂ ਜਿਸ ਨੇ ਸਾਡੇ ਨਾਮ ਨੂੰ ਖਾ ਜਾਣਾ ਹੈ। ਜਦੋਂ ਫਸਲ ਨੂੰ ਕੀੜਾ ਨਾ ਲੱਗੇ, ਫਸਲ ਵਧੀਆ ਹੁੰਦੀ ਹੈ। ਐਤਕੀ ਕੀ ਹੈ, ਮਾਰਚ 'ਚ ਪੈ ਗਈ ਜ਼ਿਆਦਾ ਗਰਮੀ, ਜ਼ਿਆਦਾ ਗਰਮੀ ਪੈਣ ਨਾਲ ਕਣਕ ਦਾ ਦਾਣਾ ਜੇ ਪੂਰਾ ਬੜੇ ਨੇ ਉਹ ਪਤਲਾ ਰਹਿ ਗਿਆ, ਝਾੜ ਘਟ ਗਿਆ, ਝਾੜ ਘਟ ਗਿਆ। ਜੇ ਮੌਸਮ ਠੀਕ ਰਹਿੰਦਾ ਫਲ ਬਹੁਤ ਲੱਗਣਾ ਸੀ। ਉਹ ਤਾਂ ਕੁਦਰਤੀ ਕਿਸਾਨਾਂ ਦੀ ਗੁੱਡ ਲੱਕ ਇਹ ਹੋ ਗਈ ਕਿ ਸਾਰੇ ਸੰਸਾਰ 'ਚ ਕਣਕ ਦੀ ਪੈ ਗਈ ਘਾਟ। ਸਾਰੇ ਸੰਸਾਰ ਦੀ 40% ਕਣਕ ਜਿਹੜੀ ਹੈ ਇਹ ਦੋ ਦੇਸ਼ਾਂ 'ਚ ਹੁੰਦੇ, ਰੂਸ ਅਤੇ ਜਿਹੜਾ ਯੂਕਰੇਨ 'ਚ। ਹੁਣ 40% ਕਣਕ ਤਾਂ ਵਰਲਡ 'ਚ ਆਉਣੀ ਨਹੀਂ ਮਾਰਕੀਟ 'ਚ, ਇਸ ਲਈ ਉਹ ਮਹਿੰਗਾਈ ਹੋ ਗਈ ਹੈ। ਇਸ ਲਈ ਮੋਦੀ ਨੇ ਅਡਾਨੀਆਂ ਅੰਬਾਨੀਆਂ ਨੂੰ ਕਿਹਾ, ਉਹ ਕਹਿੰਦਾ ਅਸੀਂ ਸਿੱਧੇ ਖਰੀਦ ਲਾਂਗੇ ਜੀ। ਮੋਦੀ ਨੇ ਆਰਡਰ ਕਰਤਾ ਸਟੇਟਾਂ ਨੂੰ ਕਿ ਜਿਹੜੀ ਨਵੀਂ ਕਣਕ ਹੈ ਇਸ ਨੂੰ ਗੋਦਾਮਾਂ 'ਚ ਰੱਖਣ ਦੀ ਲੋੜ ਨਹੀਂ, ਇਹਨਾਂ ਨੂੰ ਮੰਡੀਆਂ 'ਚ ਰਹਿਣ ਦਿਓ, ਆਪੇ ਅਸੀਂ ਚੱਕ ਲਾਂਗੇ। ਉਹਨਾਂ ਨੇ ਇੰਨਾ ਕਰਤਾ, ਟਰਾਲੀ ਲਿਆਓ, ਤੁਹਾਨੂੰ ਉਤਾਰਨ ਦੀ ਵੀ ਲੋੜ ਨਹੀਂ, ਟਰਾਲੀ ਖੜੀ ਕਰੋ, ਉਹ ਤੋਲ ਲੈਂਦੇ ਨੇ, ਖਾਲੀ ਟਰਾਲੀ ਆਪੇ ਕਰ ਲੈਂਦੇ, ਫਿਰ ਖਾਲੀ ਤੋਲ ਕੇ ਤੁਹਾਨੂੰ ਇੰਨੀ ਤੁਹਾਡੀ ਕਣਕ ਹੈ, ਆ ਲਓ ਪੈਸੇ। ਇਸ ਲਈ ਐਤਕੀ ਮਾੜੀ ਕਣਕ ਵੀ ਚੰਗੇ ਭਾਅ ਵਿਕ ਗਈ। ਕਿਉਂ? ਡਿਮਾਂਡ ਜ਼ਿਆਦਾ ਹੈ, ਸਪਲਾਈ ਵਰਲਡ 'ਚ ਘਟ ਗਈ ਹੈ। ਇਸ ਕਰਕੇ ਜੇ ਮੌਸਮ ਠੀਕ ਰਹਿੰਦਾ ਤਾਂ ਹੋਰ ਵੀ ਜ਼ਿਆਦਾ ਹੋਣੀ ਸੀ, ਹੋਰ ਵੀ ਜ਼ਿਆਦਾ ਪ੍ਰੋਫਿਟ ਹੋ ਜਾਣਾ ਸੀ। ਸੋ ਰਾਮ ਨਾਮ ਫਲ ਉਦੋਂ ਹੀ ਲੱਗਦਾ ਜਦੋਂ ਕਰਮ ਕਰਤੂਤ ਠੀਕ ਹੋਣ, ਜਦੋਂ ਸਾਡੇ ਕਰਮ ਸਹੀ ਹੋਣ, ਸ਼ੁਭ ਹੋਣ, ਫਿਰ ਇਹ ਇੱਕ ਸਮਝੋ ਐਂ ਵੇਲ ਹੈ। ਜੇ ਵੇਲ ਨੂੰ ਤੋਰੀਆਂ ਲੱਗਦੀਆਂ, ਵੇਲ ਨੂੰ ਬੜਾ ਕੁਛ ਲੱਗਦਾ ਹੈਗਾ, ਵੇਲਾਂ ਹੁੰਦੀਆਂ ਨੇ, ਤਾਂ ਫਿਰ ਜਿਹੜੇ ਸ਼ੁਭ ਕਰਮਾਂ ਦੀ ਜਿਹੜੀ ਵੇਲ ਹੈ, ਇਸ ਨੂੰ ਫਲ ਕਦ ਲੱਗੇਗਾ? ਪਰਮਾਤਮਾ ਦੇ ਨਾਮ ਦਾ। ਤਿਸ ਰੂਪ ਨਾ ਰੇਖ ਅਨਾਹਦ ਵਾਜੈ, ਸ਼ਬਦ ਨਿਰੰਜਨ ਕੀ ਹੈ? ਨਿਰੰਜਨ ਪਰਮਾਤਮਾ ਨੂੰ ਕਹਿੰਦੇ ਨੇ। ਨਿਰੰਜਨ ਦਾ ਸ਼ਬਦੀ ਅਰਥ ਹੈ ਨਿਰਅੰਜਨ, ਮਾਇਆ ਤੋਂ ਨਿਰਲੇਪ। ਸਾਡੇ 'ਤੇ ਤਾਂ ਮਾਇਆ ਦਾ ਅਸਰ ਹੈ। ਮੈਂ ਕਿਤੇ ਕੰਮ ਨਹੀਂ ਕਰਦਾ, ਮੇਰੇ ਅੱਗੇ ਲੱਖ ਰੁਪਏ ਸੁੱਟਦਾ, ਪਰ ਮੇਰੀ ਕੀਮਤ 10 ਲੱਖ ਦੀ ਹੈ, ਮੈਂ ਨਹੀਂ ਦੇਖਾਂ। ਉਹਨੇ 2-3 ਲੱਖ ਹੋਰ ਸੁੱਟਦਾ, ਹੋਰ ਸੁੱਟਦਾ, ਹੋਰ ਸੁੱਟਦਾ। ਜਦ 10 ਲੱਖ ਹੋ ਗਿਆ, ਫਿਰ ਮੈਂ ਨੋਟਾਂ ਵੱਲ ਵੇਖਾਂਗਾ। ਵੇਖਣ ਦਾ ਮਤਲਬ ਹੁਣ ਮਨ ਡੋਲ ਗਿਆ ਹੈ, ਬਸ ਹੁਣ ਗੱਲ ਬਣ ਗਈ। ਪਰਮਾਤਮਾ ਨਿਰੰਜਨ ਹੈ, ਉਸ 'ਤੇ ਮਾਇਆ ਦਾ ਕੋਈ ਅਸਰ ਨਹੀਂ ਹੈ। ਉਹਨੇ ਮਾਇਆ ਪੈਦਾ ਕੀਤੀ ਹੈ, ਮਾਇਆ ਦੇ ਵਿੱਚ ਰਹਿੰਦਾ ਹੈ, ਪਰ ਉਹ ਮਾਇਆ ਤੋਂ ਨਿਰਲੇਪ ਰਹਿੰਦਾ ਹੈ। ਉਸ ਨੇ ਜਿਹੜਾ ਸ਼ਬਦ ਹੈ, ਨਾਮ ਹੈ, ਇਹ ਕਹਿੰਦੇ ਇਹਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਕੋਈ ਚੱਕਰ ਚਿਹਨ ਨਹੀਂ, ਆਪਣੇ ਆਪ ਅੰਦਰ ਇਹ ਨਾਮ ਵੱਜਦਾ ਰਹਿੰਦਾ ਹੈ। ਰੱਬੀ ਸੰਗੀਤ ਅਨਹਦ ਨਾਦ, ਅਨਹਦ ਹੁੰਦਾ ਜਾਂ ਅਨਾਹਦ, ਬਿਨਾਂ ਵਜਾਏ ਵੱਜਣ ਵਾਲਾ। ਜਦ ਤੁਸੀਂ 27ਵੀਂ ਪੌੜੀ ਪੜ੍ਹਦੇ ਹੋ ਜਪਜੀ ਸਾਹਿਬ ਦੀ, ਕਹਿੰਦੇ ਕਿੰਨੇ ਹੀ ਵਾਜੇ ਨਾਦ ਅਨੇਕ ਸੁੱਖਾਂ ਕਿਤੇ ਵਾਵਣ ਹਾਰੇ। ਪਤਾ ਹੀ ਨਹੀਂ ਕਿੰਨੇ ਵਜਾਉਣ ਵਾਲੇ ਨੇ ਤੇ ਕਿੰਨੇ ਹੀ ਸਾਜ਼ ਨੇ ਉੱਥੇ। ਜਿਹੜਾ ਸਾਡੇ ਅੰਦਰ ਵੱਜਦਾ ਹੈ ਹਾਰਮੋਨੀਅਮ, ਉਹ ਆਪਣੇ ਆਪ ਵੱਜਦਾ ਹੈ। ਸਾਡੇ ਅੰਦਰ 5 ਪ੍ਰਕਾਰ ਦਾ ਸੰਗੀਤ ਵੱਜ ਰਿਹਾ ਹੈ। ਕਿਤੇ ਘੜਾ ਵਜਾਉਣ ਦੀ ਆਵਾਜ਼ ਆ ਰਹੀ ਹੈ, ਕਿਤੇ ਤਬਲੇ ਦੀ ਆਵਾਜ਼ ਆ ਰਹੀ ਹੈ, ਕਿਤੇ ਜਿਹੜਾ ਹੈ ਛੇਣਿਆਂ ਦੀ ਆਵਾਜ਼ ਆ ਰਹੀ ਹੈ, ਕਿਤੇ ਜਿਹੜਾ ਹੈ ਚਮਟਿਆਂ ਦੀ ਆਵਾਜ਼ ਆ ਰਹੀ ਹੈ। ਇਸ ਤਰ੍ਹਾਂ ਅੰਦਰ ਅਨਹਦ ਨਾਦ ਵੱਜ ਰਿਹਾ ਆਪਣੇ ਆਪ। ਉਹਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ। ਕਰੇ ਵਖਿਆਨ ਜਾਣੇ ਜੇ ਕੋਈ, ਕਿ ਜੇ ਕੋਈ ਜਾਣੇ ਤਾਂ ਫਿਰ ਪਰਮਾਤਮਾ ਦਾ ਵਰਣਨ ਕਰਦਾ, ਪਾਪ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ। ਅਤੇ ਫਿਰ ਜਿਹੜਾ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਨਾ, ਅੰਮ੍ਰਿਤ ਪੀਵੈ ਸੋਈ, ਉਹੀ ਨਾਮ ਅੰਮ੍ਰਿਤ ਨੂੰ ਪੀਂਦਾ। ਸਿਫਤ ਸਲਾਹ ਕਰਦਿਆਂ 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 ਸਾਨੂੰ ਇਸ ਨਾਮ ਦੇ ਵਿੱਚ ਰਸ ਆਉਣ ਲੱਗ ਜਾਣਾ ਹੈ। ਉਹਨੂੰ ਕਹਿੰਦੇ ਨੇ ਅੰਮ੍ਰਿਤ ਪੀਣਾ, ਰਸ ਆਉਂਦਾ ਇਸ ਵਿੱਚ।
ਜਿਵੇਂ ਕਈ ਵਾਰੀ ਭਜਨ ਬੰਦਗੀ ਕਰਦਿਆਂ ਹੌਲੀ ਹੌਲੀ ਰਸ ਆਉਣ ਲੱਗ ਜਾਂਦਾ। ਜਦੋਂ ਰਸ ਆਉਣ ਲੱਗਦਾ ਫਿਰ ਜੀਅ ਕਰਦਾ ਹੋਰ ਕਰ ਲਈਏ। ਜਦੋਂ ਰਸ ਆਉਣ ਲੱਗਦਾ ਫਿਰ ਆਮ ਲੋਕਾਂ ਨੂੰ ਮਿਲਣ ਨੂੰ ਜੀਅ ਨਹੀਂ ਕਰਦਾ। ਫਿਰ ਜੀਅ ਕਰ ਯਾਰ ਕਿਤੇ ਨਹੀਂ ਜਾਣਾ, ਬਸ ਘਰ ਬੈਠੋ ਆਪਣਾ ਵਾਹਿਗੁਰੂ ਕਰੋ। ਜੇ ਰਸ ਨਹੀਂ ਆ ਰਿਹਾ ਕਿ ਚੱਲ ਯਾਰ ਕਿਸੇ ਨੂੰ ਮਿਲ ਗਿਲ ਆਈਏ, ਬਾਜ਼ਾਰ 'ਚ ਗੇੜਾ ਲਾਈਏ। ਅਤੇ ਜੇ ਉਸ 'ਚ ਰਸ ਆ ਰਿਹਾ ਫਿਰ ਬਾਹਰ ਜਾਣ ਨੂੰ ਜੀਅ ਨਹੀਂ ਕਰਦਾ। ਫਿਰ ਜੀਅ ਕਰਦਾ ਜਿੱਥੇ ਬੈਠੇ ਕਰੀ ਵਾਹਿਗੁਰੂ ਲੇਟੇ ਕਰੀ ਜਾਓ। ਕਿੱਥੇ ਜਾਵਾਂਗੇ, ਗੱਲਾਂ ਬਾਤਾਂ ਕਰਨੀ ਪੈਣੀ, ਟਾਈਮ ਖਰਾਬ ਹੋਵੇਗਾ। ਉਹ ਫਿਰ ਲੱਗਾ ਰਹਿੰਦਾ। ਜੇ ਤੁਹਾਡੇ 'ਤੇ ਅਵਸਥਾ ਆਵੇਗੀ ਤੁਹਾਡਾ ਨਹੀਂ ਜੀਅ ਕਰੇਗਾ ਬਾਹਰ ਜਾਣ ਨੂੰ। ਬੜੀ ਮਜਬੂਰੀ 'ਚ ਵੀ ਗਿਆ ਸਰਦਾ ਨਹੀਂ ਹੈਗਾ। ਜਿਹੜਾ ਤਾਂ ਸਰਵਿਸ ਕਰਦੇ ਉਹਨੂੰ ਤਾਂ ਜਾਣਾ ਹੀ ਜਾਣਾ ਪੈਣਾ, ਚਾਹੇ ਜੀਅ ਕਰੇ ਚਾਹੇ ਨਾ ਕਰੇ। ਪਰ ਜਿਹੜਾ ਰਿਟਾਇਰ ਹੋ ਜਾਂਦਾ ਹੈ ਫਿਰ ਅਤੇ ਉਹਨੂੰ ਰਸ ਆ ਰਿਹਾ ਨਾਮ ਦੇ ਵਿੱਚ ਜਾਂ ਬਾਣੀ ਪੜ੍ਹਦੇ ਹੋਏ, ਉਹਦਾ ਫਿਰ ਜੀਅ ਨਹੀਂ ਕਰਦਾ ਕਿਤੇ ਜਾਣ ਨੂੰ। ਬਸ ਉਹ ਕਹਿੰਦਾ ਮੈਂ ਜਿੱਥੇ ਹਾਂ ਬਸ ਇੱਥੇ ਹੀ ਠੀਕ ਹੈ। ਆਮ ਲੋਕਾਂ ਨੂੰ ਰੌਣਕ ਚਾਹੀਦੀ ਹੁੰਦੀ ਹੈ। ਜਦ ਤੋਂ ਨਾਮ ਰਸ ਹੈਗਾ ਤੁਹਾਨੂੰ ਰੌਣਕ ਦੀ ਤਾਂ ਲੋੜ ਹੀ ਨਹੀਂ ਹੈਗੀ। ਤੁਸੀਂ ਤਾਂ ਕਹੋਗੇ ਡਿਸਟਰਬ ਕਰਦੇ ਰਹੇ ਵੀ ਮੈਂ ਤਾਂ ਇਕੱਲਾ ਹੀ ਠੀਕ ਹਾਂ। ਉਹਨੂੰ ਇਕੱਲਤਾ ਨਹੀਂ ਮਹਿਸੂਸ ਹੁੰਦੀ। ਆਮ ਲੋਕਾਂ ਨੂੰ ਇਕੱਲਤਾ ਮਹਿਸੂਸ ਹੁੰਦੀ ਹੈ, ਉਹਨਾਂ ਨੂੰ ਇਕੱਲਤਾ ਨਹੀਂ ਮਹਿਸੂਸ ਹੁੰਦੀ। ਨਾਮ ਸ਼ਕਤੀ ਜੇ ਨਹੀਂ ਕਿ ਉਹਨੂੰ ਐਂ ਲੱਗਦਾ ਮੇਰੇ ਕੋਲ ਕੋਈ ਬੈਠਾ ਹੈ। ਇੱਕ ਬੰਦਾ ਕਈ ਸਾਲਾਂ ਦੇ ਮੇਰੇ ਕੋਲ ਆ ਗਿਆ, ਚਿਹਰਾ ਉੱਡਿਆ ਹੋਇਆ। ਮੈਂ ਕੀ ਹੋ ਗਿਆ? ਕਹਿੰਦੇ ਜੀ ਜਦੋਂ ਮੈਂ ਨਿਤਨੇਮ ਕਰਨ ਲੱਗਦਾ ਮੈਨੂੰ ਐਂ ਲੱਗਦਾ ਮੇਰੀ ਮੰਜੀ 'ਤੇ ਆ ਕੇ ਕੋਈ ਬਹਿ ਗਿਆ। ਮੈਂ ਤੂੰ ਭਾਗਾਂ ਵਾਲਾ ਭਰਾਵਾ। ਕਿ ਜੀ ਮੈਂ ਭਾਗਾਂ ਵਾਲਾ ਕਿਵੇਂ? ਮੈਂ ਹੋਰ ਤੇਰਾ ਕਿਵੇਂ? ਤੇਰੇ ਕੋਲ ਭੂਤ ਪ੍ਰੇਤ ਆ ਕੇ ਕੋਈ ਬਹਿ ਗਏ? ਕਹਿੰਦਾ ਮੈਂ ਤਾਂ ਇਹੀ ਸਮਝਿਆ ਸੀ ਮੈਂ ਕਮਰਾ ਜਿੱਥੇ ਬਾਣੀ ਪੜ੍ਹੀ ਉੱਥੇ ਭੂਤ ਦਾ ਕੀ ਕੰਮ ਹੈ? ਉਹ ਤਾਂ ਗੁਰੂ ਜਾਂ ਕੋਈ ਹੋਰ ਰੂਹ ਉੱਚੀ ਆ ਗਈ ਹੈ। ਠੀਕ ਹੈ, ਤੇਰੀ ਜੇ ਦਿਵ ਦ੍ਰਿਸ਼ਟੀ ਨਹੀਂ ਖੁੱਲ੍ਹੀ, ਤੈਨੂੰ ਦਿਸਦੇ ਨਹੀਂ, ਪਰ ਅਜੇ ਫਿਰ ਵੀ ਤੇਰੀ ਅੱਛੀ ਅਵਸਥਾ ਹੈ ਕਿ ਤੈਨੂੰ ਪਤਾ ਲੱਗ ਰਿਹਾ ਕਿ ਮੇਰੀ ਮੰਜੀ 'ਤੇ ਕੋਈ ਆ ਕੇ ਬਹਿ ਗਿਆ ਹੈ। ਮੈਂ ਤੂੰ ਸਗੋਂ ਇੱਕ ਕੁਰਸੀ ਸੁੱਚੀ ਰੱਖ, ਉਹ ਮੰਜੀ ਦੇ ਕੋਲ ਡਾਹ ਕਰ ਅਤੇ ਉਹਨੂੰ ਕਹਿਣਾ ਸੱਚੇ ਪਾਤਸ਼ਾਹ ਜਿਹੜਾ ਵੀ ਆਵੇ ਇਸ ਕੁਰਸੀ 'ਤੇ ਬੈਠੇ, ਇਹ ਸਤਿਕਾਰ ਹੋ ਜਾਏਗਾ। ਮੈਂ ਆਈ ਰੂਹ ਦਾ ਵੀ ਇੱਥੇ ਬੈਠੋ ਜੀ, ਕਿਉਂਕਿ ਸਾਡੀ ਮੰਜੀ ਸੁੱਚੀ ਨਹੀਂ ਹੁੰਦੀ। ਭਾਵੇਂ ਉਹ ਰੂਹ ਬਹਿ ਕੇ ਸੁੱਚੀ ਕਰ ਦੇਗੀ, ਜਿੱਥੇ ਇੰਨੀ ਮਹਾਨ ਰੂਹ ਆ ਕੇ ਬੈਠ ਜਾਏਗੀ ਉੱਥੇ ਥਾਂ ਸੁੱਚੀ ਹੋ ਜਾਏਗੀ। ਪਰ ਕਿਉਂਕਿ ਅਸੀਂ ਗ੍ਰਸਥੀ ਬੰਦੇ ਹਾਂ, ਸਾਡਾ ਬੈੱਡ ਸੁੱਚਾ ਨਹੀਂ ਰਹਿ ਸਕਦਾ। ਇਸ ਲਈ ਅੱਡ ਕੋਈ ਆਸਣ ਲਾ ਦੇਣਾ ਚਾਹੀਦਾ ਹੈ। ਜਦ ਤੁਹਾਡੀ ਐਸੀ ਅਵਸਥਾ ਆਵੇ ਤੁਹਾਨੂੰ ਕੁਝ ਫੀਲ ਹੋਣ ਲੱਗੇਗਾ ਨਾ ਵੀ ਕੋਈ ਆਇਆ ਹੈ, ਕੋਈ ਕੋਲ ਆ ਕੇ ਖੜ੍ਹਾ ਹੈ ਜਾਂ ਬੈਠਾ ਹੈ, ਇਹ ਪਹਿਲੀ ਅਵਸਥਾ ਹੁੰਦੀ ਹੈ ਵੀ ਐਂ ਲੱਗਦਾ ਕੋਈ ਆਇਆ। ਫਿਰ ਉਦੋਂ ਉੱਪਰਲੀ ਅਵਸਥਾ ਹੈ ਝੌਲਾ ਪੈਂਦਾ, ਪਹਿਚਾਣ ਨਹੀਂ ਹੁੰਦੀ, ਝੌਲਾ ਪੈਂਦਾ ਵੀ ਕੋਈ ਆਇਆ। ਉਸ ਤੋਂ ਬਾਅਦ ਫਿਰ ਜਦੋਂ ਹੋਰ ਉੱਚੀ ਅਵਸਥਾ ਹੁੰਦੀ ਹੈ ਫਿਰ ਕਲੀਅਰ ਦਿਸਦਾ ਫਲਾਣਾ ਗੁਰੂ ਆਇਆ ਜਾਂ ਸਾਧੂ ਆਇਆ, ਸੰਤ ਆਇਆ, ਭਗਤ ਆਇਆ, ਕੌਣ ਆਇਆ। ਫਿਰ ਬਾਅਦ ਦੱਸਣਾ, ਉਹਨੂੰ ਕਹਿੰਦੇ ਦਿਵ ਦ੍ਰਿਸ਼ਟੀ ਦਾ ਖੁੱਲ੍ਹ ਜਾਣਾ। ਫਿਰ ਤਾਂ ਇਹ ਪਹਿਲਾਂ ਬੰਦ ਅੱਖਾਂ ਨਾਲ ਦਿਸਦਾ ਹੈ। ਕਈ ਵਾਰੀ ਜਦੋਂ ਰੂਹ ਆਉਂਦੀ ਹੈ ਉਹਦਾ ਇੰਨਾ ਤਪ ਤੇਜ ਹੁੰਦਾ ਹੈ ਕਿ ਤੁਹਾਡੀ ਅੱਖਾਂ ਆਪਣੇ ਆਪ ਹੀ ਬੰਦ ਹੋ ਜਾਂਦੀਆਂ ਦਰਸ਼ਨ ਕਰਕੇ, ਝਾਲ ਹੀ ਨਹੀਂ ਝੱਲ ਹੁੰਦੀ। ਜਦੋਂ ਵਾਰੀ ਦਰਸ਼ਨ ਕਰਦਾ ਰਹਿੰਦਾ ਫਿਰ ਹੌਲੀ ਹੌਲੀ ਜਾ ਕੇ ਉਹ ਬੰਦਾ ਨੋਰਮਲ ਹੋ ਜਾਂਦਾ। ਨਹੀਂ ਤਾਂ ਉਹਦਾ ਪਹਿਲਾਂ ਬੋਡੀ 'ਤੇ ਕੰਟਰੋਲ ਹੀ ਨਹੀਂ ਰਹਿੰਦਾ, ਕਿੰਨਾ ਦੇਰ ਉਹਦਾ ਸਰੀਰ ਹਿਲਦਾ ਰਹਿੰਦਾ ਹੈ। ਉਹ ਕੋਸ਼ਿਸ਼ ਕਰਦਾ ਆਪਾਂ ਨੂੰ ਸਥਿਰ ਕਰਨ ਦੀ, ਪਰ ਨਹੀਂ, ਉਹ ਜਿੰਨਾ ਚਿਰ ਰੂਹ ਬੈਠੀ ਹੈ ਉਹ ਹਿਲੀ ਹੀ ਜਾਂਦਾ, ਉਹਦਾ ਨਾ ਕੰਟਰੋਲ ਨਹੀਂ ਬੋਡੀ 'ਤੇ ਹੁੰਦਾ। ਫਿਰ ਹੌਲੀ ਹੌਲੀ ਕੁਝ ਸਮੇਂ ਬਾਅਦ ਫਿਰ ਜਿਵੇਂ ਰੂਟੀਨ ਬਣ ਜਾਂਦਾ ਹੈ। ਫਿਰ ਇਸ ਤਰ੍ਹਾਂ ਹੈ, ਫਿਰ ਉਹ ਅੰਦਰ ਖਾਤੇ ਗੱਲਾਂ ਵੀ ਕਰਦਾ। ਉਹਦੇ ਉੱਪਰਲੀ ਅਵਸਥਾ ਵੀ ਅਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹਾਂ। ਪਹਿਲਾਂ ਮਹਿਸੂਸ ਹੋਏਗਾ ਵੀ ਕੋਈ ਗੁਰੂ ਮਹਾਰਾਜ ਆਏ ਨੇ, ਫਿਰ ਉਦੋਂ ਉੱਚੀ ਅਵਸਥਾ ਹੈ, ਫਿਰ ਝੌਲਾ ਪਏਗਾ ਵੀ ਹਾਂ ਕੋਈ ਹੈ ਖੜਾ ਸਾਹਮਣੇ। ਹੌਲੀ ਹੌਲੀ ਫਿਰ ਬੰਦ ਅੱਖਾਂ ਨਾਲ ਦਿਸੇਗਾ ਵੀ ਅੱਛਾ ਫਲਾਣੇ ਗੁਰੂ ਆ ਗਏ। ਪਹਿਲਾਂ ਬੰਦ ਅੱਖਾਂ ਨਾਲ ਦਿਸੇਗਾ,
ਉਦੋਂ ਜਦੋਂ ਉੱਚੀ ਅਵਸਥਾ ਹੁੰਦੀ ਹੈ ਫਿਰ ਖੁੱਲ੍ਹੀਆਂ ਅੱਖਾਂ ਨਾਲ ਦਿਸੇਗਾ। ਉਦੋਂ ਜੋ ਉੱਚੀ ਅਵਸਥਾ ਹੈ ਫਿਰ ਤੁਸੀਂ ਉਹਦੇ ਨਾਲ ਗੱਲਬਾਤ ਕਰ ਸਕਦੇ ਹੋ, ਤੁਸੀਂ ਉਹਨੂੰ ਪੁੱਛ ਸਕਦੇ ਹੋ ਜੋ ਤੁਸੀਂ ਪੁੱਛਣਾ, ਆਪਣੇ ਬਾਰੇ ਕਿਸੇ ਬਾਰੇ ਵੀ ਤੁਸੀਂ ਪੁੱਛ ਸਕਦੇ ਹੋ। ਇਹ ਅਵਸਥਾਵਾਂ ਨੇ, ਇਸ ਲਈ ਲੱਗੇ ਰਹੀਦਾ ਹੈ। ਇਹ ਤਾਂ ਦੱਸਿਆ ਵੀ ਤੁਹਾਨੂੰ ਰੋਜ਼ ਰੋਜ਼ ਨਾ ਪੁੱਛਣਾ ਪੈ ਜੀ ਮੇਰੀ ਕੀ ਅਵਸਥਾ ਹੈ। ਅਜੇ ਸਾਡੀ ਨੀਵੀਂ ਅਵਸਥਾ ਹੈ ਨਾ, ਇਹ ਜਿਹੜੀ ਆ ਝੋਲਾ ਪੈਣਾ ਅਜੇ ਕੋਈ ਇੱਥੇ ਪਹੁੰਚਿਆ ਹੋਵੇਗਾ, ਉਦੋਂ ਉੱਪਰ ਤਾਂ ਸ਼ਾਇਦ ਨਾ ਤੁਹਾਡੇ ਕੋਈ ਗਿਆ ਹੋਵੇ। ਪਰ ਮੈਂ ਤੁਹਾਨੂੰ ਦੱਸਿਆ ਵੀ ਜਿਵੇਂ ਜਿਵੇਂ ਬੀਤੇਗਾ ਨਾ ਇਸ ਤਰ੍ਹਾਂ ਤੁਹਾਨੂੰ ਮਹਿਸੂਸ ਹੋਵੇਗਾ। ਸਾਡਾ ਕੰਮ ਹੈ ਲੱਗੇ ਰਹਿਣਾ, ਸ਼ੁਭ ਕਰਮ ਕਰਨਾ ਤਾਂ ਜੋ ਅਸੀਂ ਜੀਵਨ 'ਚ ਸੁਖੀ ਰਹੀਏ, ਗੁਰੂ ਮਹਾਰਾਜ ਖੁਸ਼ ਰਹਿਣ, ਸਾਡੀ ਵੇਲ ਨੂੰ ਨਾਮ ਦਾ ਫਲ ਲੱਗੇ। ਫਿਰ ਜੋ ਤੁਸੀਂ ਨਾਮ ਜਪੀ ਜਾਏਗਾ ਨੂੰ ਨਾਮ ਧਨ ਤੁਹਾਡੇ ਕੋਲ ਇਕੱਠਾ ਹੋਈ ਜਾਏਗਾ। ਜਿਉਂ ਨਾਮ ਧਨ ਹੋਏਗਾ ਤਿਉਂ ਤੇ ਸਾਰਾ ਕੁਛ ਹੌਲੀ ਹੌਲੀ ਵਾਪਰ ਜਾਵੇਗਾ। ਸੋ ਹਿੰਟ ਤੁਹਾਨੂੰ ਤੁਹਾਨੂੰ ਰੋਜ਼ ਨਾ ਪੁੱਛਣਾ ਪਵੇ ਮੈਂ ਕਿੱਥੇ ਕੁ ਖੜਾ ਹਾਂ। ਅਜੇ ਅਸੀਂ ਹੇਠਲੀ ਅਵਸਥਾ 'ਤੇ ਹੀ ਹਾਂ। ਸਾਡਾ ਕੰਮ ਲੱਗੇ ਰਹਿਣਾ। ਗੁਰੂ ਮਹਾਰਾਜ ਦਾ ਕੀ ਪਤਾ ਕਿਸ ਵੇਲੇ ਕਿਰਪਾ ਕਰ ਦੇਣ, ਇਹ ਕੋਈ ਪਤਾ ਨਹੀਂ ਹੁੰਦਾ ਵੀ ਕਿਸ ਵੇਲੇ ਕਿਰਪਾ ਹੋ ਜਾਏ। ਲੱਗੇ ਰਹਿਣਾ ਹੁੰਦਾ। ਜਿਵੇਂ ਸੰਤ ਸਨ ਟਾਂਡਾ ਉੜਮੁੜ ਵਾਲੇ ਸੰਤ ਬਲਵੰਤ ਸਿੰਘ, ਉਹ ਜਨਮ ਤੋਂ ਹੀ ਸੂਰਮੇ ਸਿੰਘ ਸਨ। ਸਿੱਖ ਧਰਮ 'ਚ ਅੰਨੇ ਨੂੰ ਕੀ ਕਹਿੰਦੇ ਨੇ? ਸੂਰਮਾ ਸਿੰਘ। ਜਿਵੇਂ ਮਹਾਤਮਾ ਗਾਂਧੀ ਨੇ ਕਿਹਾ ਵੀ ਇਹਨੇ ਚੂੜੇ ਚਮਿਆਰ ਨਹੀਂ ਕਹਿਣਾ ਅੱਛਾ ਨਹੀਂ ਲੱਗਦਾ ਹੈ, ਇਹਨਾਂ ਨੂੰ ਹਰੀਜਨ ਕਿਹਾ ਕਰੋ। ਮੀਨਿੰਗ ਤਾਂ ਉਹੀ ਹੈ ਪਰ ਸ਼ਬਦ ਅੱਛਾ ਹੋ ਗਿਆ ਹੈ ਵੀ ਭੈੜਾ ਲੱਗਦਾ ਹੈ। ਕਿਸੇ ਨੂੰ ਕਹਿਣਾ ਆ ਵੀ ਚੂੜੇ ਆ, ਭੈੜਾ ਲੱਗਦਾ। ਹਰੀਜਨ ਕੋਈ ਥੋੜ੍ਹੇ ਸਤਿਕਾਰ ਵਾਲਾ ਸ਼ਬਦ ਹੈ ਵੀ ਅਗਲੇ ਨੂੰ ਨਾ ਚੁੱਭੇ ਨਾ, ਇਸ ਲਈ ਕੁਝ ਸ਼ਬਦ ਫਿਰ ਸਤਿਕਾਰ ਵਾਲੇ ਬਣਾ ਲਏ ਗਏ ਵੀ ਸੂਰਮਾ ਸਿੰਘ ਹੈ ਜੀ। ਮੀਨਿੰਗ ਅੰਨਾ ਹੈ। अब मान लो बैठे आप कहने अन्य है जी, अच्छा नहीं लगे तो मन में दुख होएगा। वो थोड़े सत्कार वाला शब्द होना सूरमा सिंह। खैर कहते मैं सूरमा सिंह सी। माँ प्यो ने सोचा साडा बच्चा किते मंग के ना खावे भी ये जी कोई गुण पैदा कर दी। कहते असी क्या भी इनू जिहड़ा है कीर्तन सिखा देने। कहते गुरदा जिहड़ा भाई सी वो कीर्तनिया भी सी ते बहुत वधिया बंदा सी। कहते ਅਸੀਂ ਉਹਦੇ ਕੋਲੇ ਭੇਜਦਾ ਤੇ ਮਹਾਂਪੁਰਖ ਫਿਰ ਮੈਨੂੰ ਸੁਣਾਉਂਦੇ, ਕਹਿੰਦਾ ਕੁਦਰਤੀ ਮੇਰਾ ਦਿਮਾਗ ਬਹੁਤ ਤੇਜ਼ ਸੀ। ਕਹਿੰਦੇ ਨੇ ਲੰਗੜੇ ਦੀ ਅੰਨੇ ਦੀ ਇੱਕ ਰਾਗ ਫਾਲਤੂ ਹੁੰਦੀ ਹੈ, ਉਹ ਇੱਧਰਲੇ ਪਾਸੇ ਲੱਗ ਗਈ ਯਾਦ ਸ਼ਕਤੀ ਵਾਲੇ ਪਾਸੇ। ਕਹਿੰਦਾ ਉਹਨੇ ਮੈਨੂੰ ਨਿਤਨੇਮ ਯਾਦ ਕਰਾਇਆ, ਮੈਨੂੰ ਬੜੀ ਛੇਤੀ ਨਿਤਨੇਮ ਯਾਦ ਹੋ ਗਿਆ। ਉਹਨੇ ਮੈਨੂੰ ਸੁਖਨੀ ਸਾਹਿਬ ਯਾਦ ਕਰਾਤਾ, ਕਹਿੰਦੇ ਮੈਨੂੰ ਉਹ ਵੀ ਯਾਦ ਹੋ ਗਿਆ। ਹੋਰ ਬਾਣੀਆਂ ਯਾਦ ਕਰਿਆ, ਕਹਿੰਦੇ ਮੈਨੂੰ ਉਹ ਵੀ ਯਾਦ ਹੋ ਗਈਆਂ। ਨਾਲ ਕੀਰਤਨ ਸਿੱਖਦਾ ਸੀ ਮੈਂ, ਸ਼ਬਦ 50-60 ਸ਼ਬਦ ਮੈਨੂੰ ਯਾਦ ਹੋ ਗਏ। ਉਹਨੇ ਕਿਹਾ ਵੀ ਇਹ ਮੁੰਡਾ ਤਾਂ ਬੜਾ ਇੰਟੈਲੀਜੈਂਟ ਹੈ ਕਿ ਉਹਨੇ ਇਹਨੂੰ ਬਾਣੀ ਯਾਦ ਕਰਾ ਦੀ ਸਾਰਾ ਗੁਰੂ ਗ੍ਰੰਥ ਸਾਹਿਬ। ਉਹ ਮੈਨੂੰ ਪਹਿਲੇ ਸਫ਼ੇ ਤੋਂ ਯਾਦ ਕਰਾਉਣਾ ਸ਼ੁਰੂ ਕਰਤਾ। ਕੁਝ ਸਾਲਾਂ ਦੇ ਵਿੱਚ 880 ਸਫ਼ੇ ਮੈਨੂੰ ਮੂੰਹ ਜ਼ਬਾਨੀ ਯਾਦ ਹੋ ਗਏ ਗੁਰੂ ਗ੍ਰੰਥ ਸਾਹਿਬ ਦੇ। ਜਦੋਂ 880 ਸਫ਼ੇ ਯਾਦ ਹੋਏ ਮੇਰੀ ਦਿਵ ਦ੍ਰਿਸ਼ਟੀ ਖੁੱਲ੍ਹ ਗਈ। ਅੰਨੇ ਹੋਣ ਦੇ ਬਾਵਜੂਦ ਮੈਨੂੰ ਦਿਸਣਾ ਸ਼ੁਰੂ ਹੋ ਗਿਆ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਫਿਰ ਉਹ ਕਹਿੰਦਾ ਹੁਣ ਤੁਸੀਂ ਸੰਤ ਹੋ ਗਏ ਜੀ। ਕਹਿੰਦਾ ਉਹਨੇ ਮੇਰੇ ਪੈਰੀਂ ਹੱਥ ਲਾਏ। ਮੈਂ ਕਹਿੰਦਾ ਤੁਸੀਂ ਮੇਰੇ ਵਿਦਿਆ ਦਾਤੇ ਹੋ, ਤੁਸੀਂ ਮੈਨੂੰ ਵਿਦਿਆ ਦਾ ਦਾਨ ਦਿੱਤਾ, ਮੈਨੂੰ ਕੀਰਤਨ ਸਿਖਾਇਆ, ਇਹ ਮੇਰੇ 'ਤੇ ਭਾਰ ਚੜ੍ਹ ਨਹੀਂ। ਕਹਿੰਦੇ ਤੁਸੀਂ ਸੰਤ ਹੋ ਗਏ ਤਾਂ ਮੈਂ ਤੁਹਾਡਾ ਸਤਿਕਾਰ ਕਰਦਾ। ਕਹਿੰਦੇ ਹੁਣ ਤੁਸੀਂ ਦੀਵਾਨ ਲਾਇਆ ਕਰੋ। ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਦੀਵਾਨ ਲਾਉਣਾ ਸ਼ੁਰੂ ਕਰਤਾ। ਸੋ ਇਸ ਲਈ ਪਤਾ ਨਹੀਂ ਕਿਸ ਵੇਲੇ, ਮੈਂ ਇਹ ਦੱਸਣ ਦਾ ਮੇਰਾ ਭਾਵ ਸੀ ਵੀ ਪਤਾ ਨਹੀਂ ਕਿਸ ਵੇਲੇ ਜਿਹੜਾ ਹੈ ਕਿਰਪਾ ਹੋ ਜਾਣੀ ਗੁਰੂ ਮਹਾਰਾਜ। ਇੱਕ ਤਾਂ ਹੁੰਦਾ ਵੀ ਉਹਨੇ ਇਹ ਉਦੇਸ਼ ਰੱਖ ਕੇ ਵੀ ਯਾਦ ਕਰਨਾ ਸ਼ੁਰੂ ਕੀਤਾ ਵੀ ਹਾਂ ਜੇ ਮੇਰੀ ਦਿਵ ਦ੍ਰਿਸ਼ਟੀ ਖੋਲ੍ਹ ਜੇ। ਕਦੇ ਤਾਂ ਮੈਨੂੰ ਖਿਆਲ ਵੀ ਨਹੀਂ ਸੀ ਇਹਨਾਂ ਗੱਲਾਂ ਦਾ, ਬਸ ਉਹਨੇ ਕਹਿੰਦਾ ਯਾਦ ਕਰ ਲੈ, ਮੈਂ ਯਾਦ ਕਰਨਾ ਸ਼ੁਰੂ ਕਰਤਾ, ਮੇਰੇ 'ਤੇ ਕਿਰਪਾ ਹੋ ਗਈ। ਕਿਉਂਕਿ ਅਜੇ ਬੱਚੀ ਛੋਟੀ ਉਮਰ ਸੀ, ਵਿਗਾੜ ਤਾਂ ਕੋਈ ਆਇਆ ਨਹੀਂ ਸੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ, ਮਨ ਸਾਫ਼ ਸੀ।
ਮਨ ਸਾਫ਼ ਹੋਣ ਕਰਕੇ ਜਦੋਂ ਇੰਨੀ ਬਾਣੀ ਯਾਦ, ਗੁਰੂ ਨੇ ਕਿਰਪਾ ਕਰਨੀ ਸੀ, ਕਮਾਲ ਹੈ ਯਾਰ, ਇੰਨੀ ਬਾਣੀ ਬੰਦੇ ਨੂੰ ਮੂੰਹ ਜਵਾਨੀ ਯਾਦ ਹੋ ਗਈ ਆ, ਲੱਗ ਗਏ ਫਿਰ ਇਸ ਪਾਸੇ। ਸੋ ਇਸ ਲਈ ਮੇਰੇ ਕਹਿਣ ਦਾ ਭਾਵ ਹੈ, ਹੌਸਲਾ ਨਹੀਂ ਛੱਡਣਾ ਹੈ, ਕੋਈ ਪਤਾ ਨਹੀਂ ਕਿਸ ਵੇਲੇ ਕਿਰਪਾ ਹੋ ਜਾਣੀ। ਸਾਡਾ ਕੰਮ ਹੈ ਲੱਗੇ ਰਹਿਣਾ। ਜਬ ਲਗ ਜੋਬਨ ਸਾਸ ਹੈ ਤਬ ਲਗ ਨਾਮ ਧਿਆਏ। ਜਿੰਨਾ ਚਿਰ ਸਰੀਰ 'ਚ ਇੱਕ ਵੀ ਸਵਾਸ ਬਾਕੀ, ਕਦੇ ਨਾਮ ਜਪੀ ਜਾਣਾ ਬਸ। ਇਹ ਨਹੀਂ ਕਹਿਣਾ ਕਿੰਨੇ ਕੁ ਸਾਲ ਹੋਰ ਲੱਗਣਗੇ, ਕਈ ਵਾਰੀ ਅਖੀਰਲੇ ਸੈਕਿੰਡ 'ਚ ਜਾ ਕੇ ਪ੍ਰਾਪਤੀ ਹੋ ਜਾਂਦੀ। ਗਨਕਾ ਵਰਗਿਆਂ ਨੂੰ ਮਰਨ ਵੇਲੇ ਪ੍ਰਾਪਤੀ ਹੋ ਗਈ ਸੀ ਬਸ। ਸੱਪ ਨੇ ਡੰਗ ਮਾਰਿਆ ਹੈ, ਉਹਦੇ ਮੁੰਡੇ ਕਿਹਾ ਰਾਮ, ਚੱਲ ਉਹਦੀ ਦੇਵਤੇ ਲੈਣ ਆ ਗਏ, ਸਵਰਗਾਂ ਨੂੰ ਲੈ ਗਏ। ਇਸ ਲਈ ਇਹ ਜਿਹੜੀ ਆਪਾਂ ਕਥਾਵਾਂ ਪੜ੍ਹਦੇ ਸੁਣਦੇ ਹਾਂ, ਇਹ ਸਾਨੂੰ ਪ੍ਰੇਰਨਾ ਦਿੰਦੀਆਂ। ਇੱਕ ਬੰਦਾ ਸਾਰੀ ਜਵਾਨੀ ਜਿਹੜਾ ਹੈ ਇਹ ਕੰਮ ਕਰਦਾ, ਵੇਸਵਾ ਦਾ ਕੰਮ ਕਰਦਾ ਰਿਹਾ, ਪਰ ਪਤਾ ਨਹੀਂ ਕਿਸ ਵੇਲੇ ਪਰਿਵਰਤਨ ਆ ਜਾਣਾ ਹੈ। ਵੇਸਪਨਾ ਛੱਡਦਾ ਬਸ, ਵੇਸਵਾਪੁਰਾ ਛੱਡ ਕੇ ਜਿਉਂ ਲੱਗੀ ਰਾਮ ਰਾਮ ਕਰਨ, ਮਗਰਲੇ ਸਾਰੇ ਪਾਪ ਧੋ ਲਏ। ਜੋ ਹੀ ਸਾਰੇ ਪਾਪ ਧੋ ਕੇ ਮਨ ਨਿਰਮਲ ਹੋ ਗਿਆ ਹੈ। ਜਦੋਂ ਮਨ ਨਿਰਮਲ ਹੋ ਗਿਆ ਹੈ ਤਾਂ ਉਹਦੇ ਸੱਪ ਨੇ ਮਾਰਿਆ ਡੰਗ ਅਤੇ ਮੂੰਹ 'ਚ ਨਿਕਲਿਆ ਰਾਮ, ਅਤੇ ਸਿੱਧੇ ਹੀ ਦੇਵਤੇ ਜਿਹੜੇ ਸਵਰਗ ਨੂੰ ਲੈ ਗਏ। ਇਸ ਲਈ ਸਾਡਾ ਕੰਮ ਹੈ ਲੱਗੇ ਰਹਿਣਾ, ਨਿਰਾਸ਼ਾਵਾਦੀ ਨਹੀਂ ਹੋਣਾ, ਆਸ਼ਾਵਾਦੀ ਰਹਿਣਾ। ਇਹ ਨਹੀਂ ਕਹਿਣਾ ਕਿੱਥੇ ਜੀ ਸਾਡੇ ਏਡੇ ਭਾਗ, ਇਹ ਨਿਰਾਸ਼ਾਵਾਦੀ ਹੋਣਾ। ਗੁਰੂ ਮਹਾਰਾਜ ਕਿਰਪਾ ਕਰਨੀ, ਫਿਰ ਕੋਈ ਪਤਾ ਨਹੀਂ ਹੁੰਦਾ। ਜਿਹੜਾ ਥਰਡ ਹੈ ਉਹਨੂੰ ਫਸਟ ਕੱਢਦਾ, ਫਸਟ ਨੂੰ ਥਰਡ 'ਤੇ ਲੈ ਆਉਂਦਾ, ਉਹਦੀ ਮਰਜ਼ੀ ਹੈ। ਸੋ ਗੁਰੂ ਮਹਾਰਾਜ ਕਹਿੰਦੇ ਕਰੇ ਵਖਿਆਣ ਜਾਣੇ ਜੇ ਕੋਈ ਅੰਮ੍ਰਿਤ ਪੀਵੇ ਸੋਈ। ਜਿਹੜਾ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਨਾ, ਉਹ ਕਦੇ ਨਾਮ ਅੰਮ੍ਰਿਤ ਨੂੰ ਪੀਂਦਾ ਹੈ। ਜਿਨ ਪੀਆ ਸੇ ਮਸਤ ਭਏ ਹੈ। ਭਇਆ ਇੱਕ ਵਚਨ ਹੁੰਦਾ ਹੈ, ਭਏ ਬਹੁਵਚਨ ਹੁੰਦਾ ਹੈ। ਸੋ ਇੱਕ ਵਚਨ ਹੁੰਦਾ ਹੈ, ਸੇ ਬਹੁਵਚਨ ਹੁੰਦਾ ਹੈ। ਜਿਨ ਪੀਆ ਸੇ ਬਹੁਵਚਨ, ਉਹ ਜਿਨ੍ਹਾਂ ਇਸ ਨਾਮ ਅੰਮ੍ਰਿਤ ਪੀਤਾ ਉਹ ਕਦੇ ਮਸਤ ਹੋ ਗਏ। ਕਿਉਂ? ਨਾਮ ਦਾ ਆਪਣਾ ਨਸ਼ਾ। ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਨਾਮ ਦਾ ਨਸ਼ਾ 24 ਘੰਟੇ ਰਹਿੰਦਾ। ਦੂਜੇ ਨਸ਼ੇ ਰਾਤ ਨੂੰ ਕਰਦੇ ਨੇ ਲੋਕ, ਸਵੇਰ ਨੂੰ ਫਿਰ ਉਬਾਸੀਆਂ ਲੈਂਦੇ ਨੇ, ਸਰੀਰ ਟੁੱਟਦਾ ਹੈ। ਫਿਰ ਕਹਿੰਦੇ ਲਿਆ ਇੱਕ ਪੈਗ ਹੋਰ ਲਿਆ, ਕੋਈ ਜਾਨ ਪਵੇ ਸਰੀਰ 'ਚ। ਪੈਗ ਪੀ ਕੇ ਫਿਰ ਥੋੜ੍ਹੇ ਕਾਇਮ ਹੁੰਦੇ ਨੇ, ਜਿਵੇਂ ਤੁਸੀਂ ਚਾਹ ਪੀ ਕੇ ਕਾਇਮ ਹੁੰਦੇ, ਉਹ ਪੈਗ ਪੀ ਕੇ ਹੁੰਦੇ। ਕਿਉਂ? ਰਾਤ ਨੂੰ ਫਿਰ ਜਿਹੜਾ ਨਸ਼ਾ ਸੀ ਉਤਰ ਜਾਂਦਾ, ਅੱਧੀ ਕੁ ਰਾਤ ਤੱਕ, ਫਿਰ ਸਵੇਰ ਨੂੰ ਸਰੀਰ ਟੁੱਟਦਾ ਹੈ, ਫਿਰ ਪੀ ਕੇ ਫਿਰ ਕਾਇਮ ਹੁੰਦੇ ਨੇ। ਸੋ ਇਹ ਨਾਮ ਖੁਮਾਰੀ ਹੈ। ਖੁਮਾਰੀ ਨਸ਼ੇ ਨੂੰ ਕਹਿੰਦੇ ਨੇ। ਨਾਮ ਵੀ ਇੱਕ ਨਸ਼ਾ ਹੈ ਜਿਹੜਾ ਹਮੇਸ਼ਾ ਹੀ ਰਹਿੰਦਾ। ਅੱਜ ਤਾਂ ਸਾਨੂੰ ਨਾਮ ਦਾ ਨਸ਼ਾ ਹੀ ਨਹੀਂ ਨਾ ਆਇਆ, ਇਸ ਲਈ ਅਜੇ ਗੱਲ ਨਹੀਂ ਸਮਝ ਆ ਰਹੀ ਪੂਰੀ ਵੀ ਨਾਮ ਵੀ ਨਸ਼ਾ ਹੁੰਦਾ ਹੈ। ਜਦੋਂ ਆ ਗਿਆ ਨਾ, ਫਿਰ ਤੁਸੀਂ ਜਿਵੇਂ ਨਸ਼ਈ ਹੈ, ਆਪਣਾ ਨਸ਼ਾ ਕਰਕੇ ਪਿਆ ਹੈ, ਉਹਨੂੰ ਕੋਈ ਸੰਸਾਰ ਨਾਲ ਲੈਣਾ ਦੇਣਾ ਨਹੀਂ ਹੁੰਦਾ। ਬਸ ਤੁਹਾਨੂੰ ਕੋਈ ਸੰਸਾਰ ਨਾਲ ਲੈਣਾ ਦੇਣਾ ਨਹੀਂ ਰਹੇਗਾ, ਔਰ ਨਸ਼ੇ ਦੇ ਵਿੱਚ ਹੀ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਰਹੋਗੇ। ਬਸ ਫਿਰ ਗੱਲਾਂ ਬਾਤਾਂ ਕਰਨ ਨੂੰ ਕੋਈ ਜੀਅ ਨਹੀਂ ਕਰੇਗਾ। ਤੁਸੀਂ ਦੇਖਿਆ ਨਾ, ਪਹਿਲਾਂ ਮਹਾਂਪੁਰਖ ਆਪ ਅਰਦਾਸਾਂ ਕਰਦੇ ਨੇ, ਜਦੋਂ ਹੋਰ ਅਵਸਥਾ ਉੱਚੀ ਹੋ ਜਾਂਦੀ ਫਿਰ ਆਪ ਅਰਦਾਸਾਂ ਬੰਦ ਕਰ ਦਿੰਦੇ। ਫਿਰ ਅੱਗੇ ਜਿਹੜਾ ਦੂਜੇ ਨੰਬਰ 'ਤੇ ਹੁੰਦਾ ਉਹਨੂੰ ਕਹੇ ਤੂੰ ਕਰ ਦੇ ਅਰਦਾਸ। ਪਹਿਲਾਂ ਆਪ ਦੀਵਾਨ ਲਾਉਣ ਜਾਂਦੇ ਨੇ, ਜਦੋਂ ਅਵਸਥਾ ਉੱਚੀ ਹੋ ਜਾਂਦੀ ਹੈ ਫਿਰ ਦੂਜੇ ਨੰਬਰ ਵਾਲਾ ਕਹੇ ਤੂੰ ਦੀਵਾਨ ਲਾਇਆ, ਆਪ ਉੱਥੇ ਡੇਰੇ 'ਤੇ ਰਹਿੰਦੇ। ਅਖੀਰਲੇ ਦੀਵਾਨ 'ਚ ਸੰਗਤ ਦੇ ਚਰਨ, 5 ਘਰਾਂ ਚਰਨ ਪਾਉਣੇ ਹੁੰਦੇ, ਉਦੋਂ ਚਲੇ ਜਾਂਦੇ ਨੇ। ਬਸ ਦੀਵਾਨ ਫਿਰ ਦੂਜੇ ਲਾਉਂਦੇ ਨੇ, ਉਹਨਾਂ ਜੀਅ ਹੀ ਨਹੀਂ ਕਰਦਾ। ਬਸ ਉਹਨਾਂ ਜੀਅ ਕਰਦਾ ਆਪਣਾ, ਬਸ ਜਿੱਥੇ ਬੈਠੇ ਵਾਹਿਗੁਰੂ ਵਾਹਿਗੁਰੂ ਕਰਦੇ ਨੇ। ਮਹਾਂਪੁਰਖ ਕਹਿੰਦੇ ਇੱਕ ਐਸੀ ਅਵਸਥਾ ਹੁੰਦੀ, ਅੱਖਾਂ ਖੋਲ੍ਹਣ ਨੂੰ ਜੀਅ ਹੀ ਨਹੀਂ ਕਰਦਾ। तो थोड़ी देर खोली दी, कोई आ गया मिलना, फिर बस अपने आप ही अक्खां बंद हो जाए, बस ध्यान परमात्मा वाल चले जाता। जिन पिया से मस्त भये हैं टूटे बंधन फाहे।
ਜਿਨ੍ਹਾਂ ਨੇ ਕਹਿੰਦੇ ਨਾਮ ਅੰਮ੍ਰਿਤ ਪੀ ਲਿਆ ਨਾ, ਇਹ ਤੇ ਮਸਤ ਹੋ ਗਏ। ਮਾਇਆ ਦੇ ਜਿੰਨੇ ਬੰਧਨ ਸਨ, ਜਿੰਨੀਆਂ ਫਾਈਆਂ ਸਨ, ਸਭ ਟੁੱਟ ਗਏ। ਜੋਤੀ ਜੋਤ ਸਮਾਣੀ ਭੀਤਰ, ਤਾਂ ਛੋੜੇ ਮਾਇਆ ਕੇ ਲਾਹੇ। ਜਦੋਂ ਇਨਸਾਨ ਦੀ ਜੋਤ ਪਰਮਾਤਮਾ ਦੀ ਜੋਤ 'ਚ ਮਿਲ ਜਾਂਦੀ ਨਾ, ਕਹਿੰਦੇ ਮਾਇਆ ਤੋਂ ਜਿਹੜਾ ਲਾਹਾ ਹੁੰਦਾ ਵੀ ਵਾਹ ਫਾਇਦਾ ਹੋਏਗਾ, ਸਭ ਕੁਝ ਛੱਡ ਦਿੰਦਾ। ਉਹਦਾ ਮਾਇਆ ਵੱਲੋਂ ਧਿਆਨ ਹੀ ਹਟ ਜਾਂਦਾ। ਉਹਨੂੰ ਲੋੜ ਨਹੀਂ ਰਹਿੰਦੀ ਮਾਇਆ ਕਮਾਉਣ ਦੀ। ਮਾਇਆ ਉਂਝ ਹੀ ਲੋਕ ਢੇਰੀ ਕਰ ਜਾਂਦੇ ਨੇ ਅੱਗੇ, ਉਹਨੇ ਕੀ ਕਰਨਾ। ਉਹਦੀਆਂ ਲੋੜਾਂ ਹੀ ਘਟ ਜਾਂਦੀਆਂ ਨੇ। ਮੰਨ ਲਓ ਤੁਸੀਂ ਆਪਣੇ ਘਰ 'ਚ ਹੀ ਬੈਠੇ ਹੋਏ ਹੋ, ਤੁਹਾਡਾ ਖਰਚਾ ਕੀ ਹੋਣਾ? ਖਰਚਾ ਬਾਹਰ ਨਿਕਲ ਕੇ ਹੁੰਦਾ। ਜਿਹੜੇ ਲੋਕ ਖਰਚੀਲੇ ਨੇ, ਇਹ ਹਮੇਸ਼ਾ ਬਾਜ਼ਾਰਾਂ 'ਚ ਫਿਰਦੇ ਰਹਿੰਦੇ। ਤੁਸੀਂ ਬਾਜ਼ਾਰ 'ਚ ਗਏ ਨਹੀਂ ਅਤੇ ਤੁਹਾਡੇ ਪੈਸੇ ਲੱਗੇ ਨਹੀਂ। ਕੋਈ ਜੀ ਤਾਂ ਕਾਸੇ ਨੂੰ ਕਰ ਜਾਣਾ, ਇਹਨਾਂ ਕੁਝ ਵੇਖਦੇ ਹੋ ਤੁਸੀਂ? ਕੋਈ ਖਰੀਦਣ ਨੂੰ, ਕੋਈ ਖਾਣ ਨੂੰ, ਕੋਈ ਪੀਣ ਨੂੰ ਜੀ ਕਰੇਗਾ। ਕਈ ਬੱਚੇ ਟੁੱਟੇ ਪੈਸੇ ਨਹੀਂ ਲੈਂਦੇ, 100 ਦਾ ਨੋਟ ਰੱਖਦੇ ਨੇ ਬਈ ਜੇ ਟੁੱਟ ਕੇ ਫਿਰ ਖਰਚ ਹੋ ਜਾਣੇ ਨੇ। ਕਈ ਬੱਚੇ ਨੂੰ ਹੁੰਦਾ ਵੀ ਸਾਡਾ 100 ਦਾ ਨੋਟ ਟੁੱਟੇ ਨਾ, ਵੀ ਟੁੱਟ ਗਿਆ ਫਿਰ ਤੱਕ ਖਾ ਲਓ, ਆਪ ਪੀ ਲਓ, ਆਪ। ਸੋ ਜਿਹੜਾ ਬੰਦਾ ਜ਼ਿਆਦਾ ਬਾਹਰ ਫਿਰਦਾ ਤੁਰਦਾ, ਹਮੇਸ਼ਾ ਹੀ ਖਰਚੀਲਾ ਹੋ ਜਾਂਦਾ। ਉਹਦਾ ਫਿਰ ਜੀ ਨਹੀਂ ਕਰਦਾ ਆਪਣੇ ਥਾਂ 'ਤੇ ਬੈਠੇ। ਮਾਇਆ ਦੇ ਫਾਹੇ ਸਾਰੇ ਕਿਤੇ ਛੱਡ ਦਿੰਦੇ ਨੇ। ਉਹਨਾਂ ਦੇ ਸਾਰੀ ਜਿਹੜੀ ਜੋਤ ਹੈ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੀ ਹੈ। ਸਰਬ ਜੋਤ ਰੂਪ ਤੇਰਾ ਦੇਖਿਆ, ਸਗਲ ਭਵਨ ਤੇਰੀ ਮਾਇਆ। ਹੇ ਪਰਮਾਤਮਾ, ਸਾਰੀਆਂ ਜੋਤਾਂ ਦੇ ਵਿੱਚ ਤੂੰ ਹੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ। ਸਾਰੀਆਂ ਜੋਤਾਂ ਵੀ ਉਹਦੀਆਂ ਬਣਾਈਆਂ ਅਤੇ ਸਾਰੀਆਂ ਜੋਤਾਂ ਦੇ ਵਿੱਚ ਵੀ ਉਹੀ ਹੀ ਹੈ। ਸਰਬ ਜੋਤ ਰੂਪ ਤੇਰਾ ਦੇਖਿਆ। ਸਾਨੂੰ ਤਾਂ ਤੇਰੀਆਂ, ਤੇਰਾ ਹੀ ਰੂਪ ਹਰ ਇੱਕ ਦੇ ਵਿੱਚ ਵਿਖਾਈ ਦਿੰਦਾ ਹੈ। ਸਗਲ ਭਵਨ ਤੇਰੀ ਮਾਇਆ, ਇਹ ਸਾਰਾ ਸੰਸਾਰ ਤੇਰੀ ਮਾਇਆ ਹੈ। ਮਾਇਆ ਉਹ ਹੁੰਦੀ ਜਿਹੜਾ ਸਦਾ ਰਹਿਣ ਵਾਲੀ ਨਾ ਹੋਵੇ, ਉਹਨੂੰ ਮਾਇਆ ਕਹਿੰਦੇ। ਉਹ ਚੀਜ਼ ਜਿਹਨੇ ਸਦਾ ਨਹੀਂ ਰਹਿਣਾ। ਆਪਾਂ ਵੀ ਮਾਇਆ ਹੀ ਹਾਂ। ਪਰਮਾਤਮਾ ਨੇ ਪਹਿਲਾਂ ਮਾਇਆ ਪੈਦਾ ਕੀਤੀ ਸੀ, ਮਾਇਆ ਤੋਂ ਅੱਗੇ ਫਿਰ ਸਾਰਾ 3 ਦੇਵਤੇ ਹੋਏ, ਉੱਥੋਂ ਅੱਗੇ ਸਾਰਾ ਸੰਸਾਰ ਹੋਇਆ। ਏਕਾ ਮਾਈ ਜੁਗਤ ਹੋਇਆ। ਪਹਿਲਾਂ ਪਰਮਾਤਮਾ ਆਪ ਸੀ, ਫਿਰ ਉਹਨੇ ਮਾਇਆ ਬਣਾਈ, ਮਾਇਆ ਤੋਂ ਅੱਗੇ ਸਾਰਾ ਸੰਸਾਰ ਬਣਾਇਆ ਹੈ। ਇਸ ਲਈ ਅਸੀਂ ਮਾਇਆ ਦੇ ਅਧੀਨ ਹਾਂ। ਮਾਇਆ ਦਾ ਸਾਡੇ 'ਤੇ ਪ੍ਰਭਾਵ ਰਹਿੰਦਾ ਹੈ। ਮਾਇਆ ਧਰਮ ਕਿਹਨੂੰ ਕਹਿੰਦਾ? ਧਰਮ ਕਹਿੰਦਾ ਹਰ ਉਹ ਚੀਜ਼, ਹਰ ਉਹ ਖਿਆਲ ਜਿਹੜਾ ਤੁਹਾਨੂੰ ਰੱਬ ਭੁਲਾ ਦੇ, ਬਸ ਉਹ ਮਾਇਆ ਹੁੰਦੀ। ਪੁੱਤਰ ਪੈਦਾ ਹੋ ਗਿਆ, ਹੁਣ ਨਾਮ ਨਹੀਂ ਜਪਦਾ, ਬਾਣੀ ਨਹੀਂ ਪੜ੍ਹਦਾ, ਬਸ ਉਹ ਪੁੱਤਰ ਹੀ ਮਾਇਆ ਹੈ, ਰੱਬ ਹੀ ਭੁਲਾਤਾ ਉਹਨੇ। ਪਹਿਲਾਂ ਰੋਜ਼ ਗੁਰਦੁਆਰੇ ਨੱਕ ਰਗੜਦਾ ਹੈ, ਪੁੱਤਰ ਹੋ ਜਾਏ, ਪੁੱਤਰ ਹੋ ਜਾਏ। ਪੁੱਤਰ ਹੋ ਗਿਆ, ਉਹਨੂੰ ਹੀ ਖਿਡਾਉਣ 'ਤੇ ਲੱਗਾ ਰਹਿੰਦਾ, ਫਿਰ ਗੁਰਦੁਆਰੇ ਨਹੀਂ ਜਾਂਦਾ। ਉਹ ਮਾਇਆ ਹੋ ਗਈ, ਛੁਡਾਦਾ ਗੁਰਦੁਆਰਾ। ਇਹ ਮਾਇਆ ਹੈ। ਪੁੱਤਰ ਧੀ ਪੁੱਤਰ ਇਹ ਵੀ ਮਾਇਆ ਨੇ। ਅਗਰ ਜਿਹੜੇ ਤੁਹਾਡੇ ਰੁਕਾਵਟ ਪਾਉਂਦੇ ਨੇ ਭਜਨ ਬੰਦਗੀ ਦੇ ਵਿੱਚ, ਉਹ ਸਭ ਮਾਇਆ ਹੈ। ਰਾਰੈ ਰੂਪ ਨਿਰਾਲਮ ਬੈਠਾ। ਰਾਰੈ ਰਾੜ, ਲੜਾਈ ਝਗੜੇ ਨੂੰ ਕਹਿੰਦੇ ਨੇ। ਇਹ ਸੰਸਾਰ ਲੜਾਈ ਝਗੜੇ ਦਾ ਰੂਪ ਹੈ। ਪਰ ਤੂੰ ਨਿਰਾਲਮ ਬੈਠਾ, ਤੂੰ ਨਾ ਤੋਂ ਨਿਰਲੇਪ ਹੈ ਇਸ ਲੜਾਈ ਝਗੜੇ ਵਾਲੇ ਸੰਸਾਰ ਦੇ ਵਿੱਚ ਹੀ ਹੈ, ਪਰ ਤੂੰ ਇਸ ਤੋਂ ਨਿਰਲੇਪ ਹੈ। ਤੂੰ ਇਹਨਾਂ ਝੰਜਟਾਂ 'ਚ ਨਹੀਂ ਆਉਂਦਾ ਹੈ। ਨਜ਼ਰ ਕਰੇ ਵਿੱਚ ਛਾਇਆ, ਛਾਇਆ ਪਾ ਮਾਇਆ। ਪਰਮਾਤਮਾ ਦੀ ਛਾਇਆ ਨੂੰ ਮਾਇਆ ਕਹਿੰਦੇ। ਇੱਕ ਦਰਖਤ ਹੁੰਦਾ, ਇੱਕ ਉਹਦੀ ਛਾਇਆ ਹੁੰਦੀ ਹੈ। ਉਹ ਦਰਖਤ ਨਹੀਂ ਹੁੰਦਾ, ਪਰ ਛਾਂ ਦਰਖਤ ਲੱਗ ਰਹੀ ਹੁੰਦੀ ਹੈ। ਛਾਂ ਦਰਖਤ ਲੱਗ ਰਹੀ ਹੁੰਦੀ ਹੈ, ਪਰ ਉਹ ਦਰਖਤ ਨਹੀਂ ਹੁੰਦਾ। ਉਹ ਛਾਇਆ ਹੈ, ਉਹ ਮਾਇਆ ਹੈ। ਪਰਮਾਤਮਾ ਮਾਇਆ ਦੇ ਵਿੱਚ ਬੈਠਾ ਵੀ ਕਿਰਪਾ ਕਰਦੇ, ਕਿਰਪਾ ਦ੍ਰਿਸ਼ਟੀ ਕਰਦਾ ਹੈ। ਬੀਣਾ ਸ਼ਬਦ ਬਜਾਵੇ ਜੋਗੀ, ਦਰਸ਼ਨ ਰੂਪ ਅਪਾਰ। ਜੋਗੀ ਕੌਣ ਹੁੰਦਾ? ਜਿਹੜੇ ਨਾਮ ਰੂਪੀ ਵੀਣਾ ਵਜਾਉਂਦਾ ਹੈ। ਨਹੀਂ ਤਾਂ ਜੋਗੀਆਂ ਨੇ ਰੱਖਿਆ ਹੁੰਦਾ ਵੀਣਾ ਵਜਾਉਣ ਲਈ, ਵੀ ਲੋਕਾਂ ਨੂੰ ਪਤਾ ਲੱਗੇ ਜੋਗੀ ਆਏ, ਮੰਗਣ ਦਾ ਇੱਕ ਢੰਗ ਹੈ। ਕਹਿੰਦੇ ਜੋਗੀ ਕੌਣ ਹੈ? ਜਿਹੜੇ ਪਰਮਾਤਮਾ ਦੇ ਨਾਮ ਰੂਪੀ ਵੀਣਾ ਵਜਾਉਂਦਾ ਹੈ।
ਉਹ ਪਰਮਾਤਮਾ ਜਿਹੜੇ ਦਰਸ਼ਨ ਨੇ, ਜਿਹਦਾ ਰੂਪ ਅਪਾਰ ਹੈ, ਬੇਅੰਤ ਹੈ, ਜਿਹਦੇ ਦਰਸ਼ਨ ਵਰਣਨ ਹੀ ਨਹੀਂ ਕੀਤੇ ਜਾਂਦੇ, ਰੂਪ ਜਿਹਦਾ ਵਰਣਨ ਹੀ ਨਹੀਂ ਕੀਤਾ ਜਾਂਦਾ। ਕਹਿੰਦੇ ਉਸ ਪਰਮਾਤਮਾ ਦੀ ਸਿਫਤ ਦੇ ਵਿੱਚ ਜਿਹੜਾ ਵੀਣਾ ਵਜਾਉਂਦਾ ਅਸਲ 'ਚ ਉਹ ਜੋਗੀ ਹੈ। ਸ਼ਬਦ ਅਨਾਹਦ ਸੋ ਸ਼ਾਰਤ, ਇਹਨੂੰ ਸੌ ਨਹੀਂ ਪੜ੍ਹਨਾ, ਇਹਨੂੰ ਸ਼ੌ ਨਹੀਂ ਪੜ੍ਹਨਾ, ਇਹ ਫਾਰਸੀ ਦਾ ਸ਼ਬਦ ਹੈ। ਸੱਸਾ ਹਾ ਸ਼ ਅਤੇ ਜਾਂ ਹੁੰਦਾ ਸ਼ਾ, ਜਾਂ ਨੂੰ ਬੋਲਣਾ ਸ਼, ਜਾਂ ਨੂੰ ਬੋਲਣਾ ਸ਼ਾ, ਪ੍ਰਭੂਪਤੀ। ਸ਼ਬਦ ਅਨਾਹਦ ਸੋ ਸ਼ਹਰਤ, ਨਾਨਕ ਹੈ ਵਿਚਾਰਾ। ਗੁਰੂ ਬਾਰੇ ਕਹਿੰਦੇ ਜਿਹੜਾ ਪਰਮਾਤਮਾ ਹੈ, ਜਿਹੜਾ ਅਸਲੀ ਜੋਗੀ ਹੈ, ਉਹ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਰਹਿੰਦਾ ਹੈ, ਉਹ 'ਚ ਰਤਾ ਰਹਿੰਦਾ ਹੈ। ਉਹਦੇ ਨਾਮ ਉਹਦਾ ਅਨਾਹਦ ਹੈ, ਆਪਣੇ ਆਪ ਅੰਦਰ ਸੰਗੀਤ ਵੱਜਦਾ ਰਹਿੰਦਾ ਹੈ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।